ਸਿਮਰੋ ਅੰਗਦ ਦੁਖ ਨਿਕੰਦਨ। ਗੁਰੂ ਅਮਰਦਾਸ ਜੀ ਹਿਰਦੈ ਨਿਤ ਧਿਆਵੋ ਹਿਰਦੈ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। श्री अर्जन बिघ्नन के नासक बिघ्नन। हर गोबिंद शुभ सुमत प्रकाशक। श्री हर राय जी नमो कर जोरी नमो। श्री हर कृष्ण मनावो बिहोरी। गुरु तेग बहादुर साहेब जी परम कृपाला जी परम कृपाला। श्री गुरु गोबिंद सिंह विशाला। धरों धरा पर पुन पुन सीसा जी पुन। बंदों बार बार जगदीसा। जा मैं अमृत ज्ञान है मानक भगत बैराग। श्री गुरु ग्रंथ साहिब उदद बंदों कर अनुराग। एक ओंकारा सतगुरु ते प्रसाद सच होए। वाहिगुरु जी की फतेह है बिघ्न विनाशन सोए। जय डिठे मन धीरिय किल विख वंजन दूरे। सो क्यों विसरै माओ मैं जो रहया पर पूरे। सो क्यों विसरै माओ मैं जो रहया भरपूरे। सतनाम श्री वाहिगुरु साहिब जी। दोहरा सुनो कथा सब दान हवै। श्रोता सिख समुदाय। वदह बखेरा जाहे ते मिलन तुरक बन आए। परम सन्मान आवर साहिब कमाल बारगाहे इनायत के मालक। कलयुगी जीवों के उद्धारकर्ता साहिब सहाबा जोत रूप हराब। महिमा दे मालक धन धन गुरु पिता श्री गुरुदेव गुरु ग्रंथ साहिब जी दे महान बरकतमयी इनायतमयी श्री चरण कमलां च बिराजमान गुरु प्यारी साध संगत। गुरुदेव जी दी महान इनायत दा सदका साडे सारियां दे सिर ते मेहरमतमई रखे हथ दा सदका जीवन दा अज दा दिन भी प्राप्त होया। और इस नवें दिन दी जो नवें जन्म समान है शाम अजीजुल नवाज गनीमुल खराज पातशाह गुरु गोबिंद सिंह साहिब जी दे मुबारक चरण कमलों की खाक दे नाम करना नसीब होया। सतगुरु जी की मेहर का सदका सोदर चौंकी दे कीर्तन रहराज साहिब जी दे पाठ आरती आरता जी के गायन
ਅਰਦਾਸਾਂ ਬੇਨਤੀਆਂ ਜੋਦੜੀਆਂ ਫਿਰ ਮਹਾਰਾਜ ਜੀ ਦੇ ਹੁਕਮਨਾਮੇ ਆਪ ਨੇ ਆਪਣੀ ਝੋਲੀ 'ਚ ਪਵਾਏ ਨੇ। ਕੁਝ ਸਮਾਂ ਹੋਰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਅੰਮ੍ਰਿਤਮਈ ਜੀਵਨ ਦੀਆਂ ਕਥੜੀਆਂ, ਜਿਨ੍ਹਾਂ ਨਾਲ ਜੀਵਨ ਅੰਮ੍ਰਿਤਮਈ ਬਣ ਜਾਂਦਾ ਹੈ, ਵਿਚਕਾਰ ਇੱਕ ਹਫ਼ਤਾ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸ਼ਹਾਦਤ ਦਾ ਪ੍ਰਸੰਗ ਆਪ ਨੇ ਸਰਵਣ ਕੀਤਾ। ਪਰ ਹੁਣ ਸਾਰਾ ਤਫਸੀਲ ਸਹਿਤ ਸਰਵਣ ਕਰਾਂਗੇ ਕਿ ਸਾਰੀ ਖੇਡ ਕਿਵੇਂ ਬਣੀ ਔਰ ਕਿਸ ਢੰਗ ਦੇ ਨਾਲ ਦੀਵਾਨ ਚੰਦੂ ਮੁਖਾਲਫਤ ਵਿੱਚ ਉਤਰਿਆ ਔਰ ਕੀ ਬੋਲ ਆਖੇ। ਇਹ ਸਾਰਾ ਵਿਸਥਾਰ ਸਹਿਤ ਆਪਾਂ ਸਰਵਣ ਕਰਾਂਗੇ। ਪਰ ਪੇਸ਼ਤਰ ਇੱਕ ਵਾਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨ ਕਮਲਾਂ ਦਾ ਧਿਆਨ ਕਰਦਿਆਂ ਗਹਿਰਾਈ ਤੋਂ ਮਹਿਸੂਸ ਕਰੀਏ ਕਿ ਸਾਡਾ ਸੀਸ ਗੁਰੂ ਅਰਜਨ ਦੇਵ ਜੀ ਦੇ ਚਰਨ ਕਮਲਾਂ 'ਤੇ ਟਿਕਿਆ ਹੈ ਤੇ ਮਹਾਰਾਜ ਨੇ ਮਿਹਰ ਭਰਿਆ ਹੱਥ ਸਾਡੇ ਸਿਰ 'ਤੇ ਰੱਖਿਆ ਹੈ। ਗੁਰੂਦੇਵ ਜੀ ਦੇ ਸ਼ਬਦ ਰੂਪੀ ਕਦਮਾਂ ਨੂੰ ਗਲਵੱਕੜੀ ਕਰਦਿਆਂ ਚਰਨ ਚੁੰਮਦਿਆਂ ਆਇਆ। ਇੱਕ ਵਾਰੀ ਫਿਰ ਤੋਂ ਗੁਰੂ ਫਤਿਹ ਦੁਆਰਾ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਸੁਨਹੁ ਕਥਾ ਸਬਦਾਨ ਹਵੈ, ਸਰੋਤਾ ਸਿੱਖ ਸਮੁਦਾਇ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਇਸ ਗੱਲ ਦਾ ਅਨੁਭਵ ਕਰਦੇ ਸਨ ਕਿ ਜੋ ਮਹਾਂਕਾਵ ਸਤਿਗੁਰੂ ਨੇ ਲਿਖਵਾਇਆ ਉਹ ਬਹੁਤ ਅਰਸੇ ਤੱਕ, ਸਦੀਆਂ ਯੁੱਗਾਂ ਤੱਕ ਗੁਰੂ ਸੰਗਤ ਵਿੱਚ ਸਨਮਾਨ ਪ੍ਰਾਪਤ ਕਰਦਾ ਰਹੇਗਾ। ਬਹੁਤ ਸਾਰੇ ਸ਼ਾਇਰ ਹੋਏ ਹਨ, ਕਵੀ ਹੋਏ ਨੇ, ਜੇ ਉਹਨਾਂ 'ਚੋਂ ਦੋ ਨੂੰ ਛੱਡ ਦੇਈਏ, ਭਾਈ ਸਾਹਿਬ ਭਾਈ ਗੁਰਦਾਸ ਤੇ ਭਾਈ ਸਾਹਿਬ ਭਾਈ ਨੰਦ ਲਾਲ ਜੀ, ਜਿਨ੍ਹਾਂ ਦੀ ਬਾਣੀ ਨੂੰ ਗੁਰੂ ਸਾਹਿਬ ਜੀ ਦੀ ਬਾਣੀ ਦੀ ਤੁਲਤਾ ਪ੍ਰਾਪਤ ਹੈ। ਉਹ ਬਾਣੀ ਦਾ ਕੀਰਤਨ ਗਾਇਆ ਜਾ ਸਕਦਾ ਹੈ, ਰਹਿਤ ਰੱਖੀ ਜਾ ਸਕਦੀ ਔਰ ਪ੍ਰਮਾਣਿਤ ਹੈ। ਬਾਕੀ ਕਿਸੇ ਕਵੀ ਦੀ ਰਚਨਾ ਨੂੰ ਇਤਨਾ ਮਾਣ ਨਹੀਂ ਮਿਲਿਆ। ਪਰ ਉਸ ਤੋਂ ਬਾਅਦ ਵਿੱਚ ਅਗਰ ਕਿਸੇ ਕਵੀ ਦੀ ਰਚਨਾ ਨੂੰ ਮਾਣ ਮਿਲਿਆ ਹੈ ਔਰ ਤਖਤ ਸਾਹਿਬਾਨ ਤੋਂ ਸਨਮਾਨ ਮਿਲਿਆ ਤੇ ਤਖਤ ਸਾਹਿਬਾਨ 'ਤੇ ਰੋਜ਼ ਕਥਾ ਹੁੰਦੀ, ਤਾਂ ਉਹ ਕੇਵਲ ਤੇ ਕੇਵਲ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੂੰ ਹੀ ਪ੍ਰਾਪਤ ਹੋਇਆ। ਇਹ ਛੋਟਾ ਵੱਡਾ ਮਾਣ ਨਹੀਂ ਹੈ, ਕਿਸੇ ਮਨੁੱਖ ਦਾ ਦਿੱਤਾ ਹੋਇਆ ਮਾਣ ਨਹੀਂ ਹੈ। ਇਹ ਭਾਈ ਸਾਹਿਬ ਜੀ ਨੂੰ ਗੁਰੂ ਨਾਨਕ ਦਾ ਬਖਸ਼ਿਆ ਹੋਇਆ ਮਾਣ ਹੈ, ਜੋ ਅਨੇਕ ਹੀ ਸਾਡੇ ਇਤਿਹਾਸਕ ਅਸਥਾਨਾਂ 'ਤੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਰਚਿਤ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਲੜੀਵਾਰ ਕਥਾ ਚੱਲਦੀ ਹੈ ਔਰ ਦ੍ਰਿਸ਼ ਇਸ ਤਰ੍ਹਾਂ ਬਣ ਜਾਂਦਾ ਸੁਰਤ ਦੇ ਸਾਹਮਣੇ, ਜਿਵੇਂ ਅਸੀਂ ਸੁਣ ਨਾ ਰਹੇ ਹੋਈਏ ਬਲਕਿ ਸਾਹਮਣੇ ਦੇਖ ਰਹੇ ਹੋਈਏ। ਇਸ ਤਰ੍ਹਾਂ ਦਾ ਦ੍ਰਿਸ਼ ਸੁਰਤ ਦੇ ਸਾਹਮਣੇ ਜਿਹੜਾ ਉਹ ਤਾਰੀ ਹੋ ਜਾਂਦਾ। ਭਾਈ ਸਾਹਿਬ ਨੂੰ ਮਹਾਰਾਜ ਨੇ ਸੋਝੀ ਪਾਈ ਸੀ ਬਈ ਸੰਸਾਰ ਸੁਣਦਾ ਰਹੇਗਾ, ਇਸ ਲਈ ਆਰੰਭਤਾ ਵਿੱਚ ਕਹਿੰਦੇ ਨੇ ਸੁਣੋ ਕਥਾ ਸਾਵਧਾਨ ਹੋਇ, ਸਰੋਤਾ ਸਿੱਖ ਸਮੁਦਾਇ। ਇਹ ਹੋਇ ਸ਼ਬਦ ਮੈਂ ਤਾਂ ਪੜ੍ਹਿਆ ਕਿਉਂਕਿ ਇੱਥੇ ਹਾਹੇ ਨਾਲ ਸਵਰ ਰੂਪ ਵਿੱਚ ਬਾਬਾ ਮਹਾਰਾਜ ਦੇ ਇਸ ਮਹਾਨ ਜਸ ਕਰਨ ਵਾਲੇ ਨੇ ਵਰਤਿਆ
ਜਦ ਵੀ ਇਹ ਵਵਾ ਸਵਰ ਰੂਪ ਵਿੱਚ ਕਿਸੇ ਅੱਖਰ ਦੇ ਪੈਰੀਂ ਲੱਗ ਕੇ ਆਉਂਦਾ ਹੈ ਤਾਂ ਇਸ ਵਿੱਚੋਂ ਦੋ ਮਾਤਰਾ ਨਿਕਲਦੀਆਂ। ਇਹ ਦੋ ਮਾਤਰਾ ਦਾ ਲਖਾਇਕ ਹੈ। ਇਸ ਵਿੱਚੋਂ ਊੜਾ ਔਂਕੜ ਤੇ ਐੜਾ ਮੁਕਤਾ ਉਹ ਇਸ ਤਰ੍ਹਾਂ ਦੋ ਮਾਤਰਾ ਨਿਕਲਦੀ। ਪਰ ਬੜੀ ਵਾਰੀ ਬਹੁਤ ਸਾਰੇ ਪਾਠੀ ਇਸ ਨੂੰ ਪੂਰਾ ਵਵਾ ਪੜ੍ਹਦੇ ਨੇ, ਹਵੈ। ਪਰ ਜੇ ਹਵੈ ਹੋਵੇ ਤੇ ਵਵਾ ਪੂਰਾ ਲਿਖਣ ਲੱਗਿਆ ਕੋਈ ਲਿਖਾਰੀ ਦੀ ਸਿਆਹੀ ਨਹੀਂ ਮੁੱਕ ਗਈ ਵੀ ਉਹਨੇ ਅੱਧਾ ਲਿਖਿਆ, ਮਾਤਰਾ ਦਾ ਲਿਖਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਵੀ ਤੁਹਾਨੂੰ ਯਕਸ਼ ਚਿੰਨ੍ਹ ਮਿਲੇਗਾ, ਅੱਧਾ ਯਈਆ। ਉਸ ਵਿੱਚੋਂ ਹੀ ਦੋ ਮਾਤਰਾ ਨਿਕਲਦੀਆਂ ਨੇ। ਆਪ ਪੜ੍ਹ ਕੇ ਮਹਾਰਾਜ ਜੀ ਦਾ ਇਹ ਲਗ ਮਾਤਰੀ ਗਿਆਨ ਆਨੰਦਿਤ ਹੋਵੋਗੇ। ਈੜੀ ਸਿਆਰੀ ਤੇ ਐੜਾ ਮੁਕਤਾ, ਉਸ ਵਿੱਚੋਂ ਹੀ ਦੋ ਮਾਤਰਾ ਨਿਕਲਦੀ। ਇਹ ਸਵਰ ਰੂਪ ਵਿੱਚ ਵਰਤਿਆ ਭਾਈ ਸਾਹਿਬ ਕਿਉਂਕਿ ਬਹੁਤ ਗਹਿਰੇ ਵਿਆਕਰਣ ਦੇ ਵੇਤਾ ਹਨ। ਉਹਨਾਂ ਵਰਗਾ ਦੂਸਰਾ ਹੋਰ ਕੋਈ ਸ਼ਾਇਰ ਦਿਖਾਈ ਨਹੀਂ ਪੈਂਦਾ। ਈਵਨ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਵੀ ਜਦ ਭਾਈ ਸੰਤੋਖ ਸਿੰਘ ਜੀ ਦਾ ਜ਼ਿਕਰ ਕਰਦੇ ਨੇ ਤੇ ਉਹਨਾਂ ਨੂੰ ਸਾਡੇ ਵੱਡੇ ਕਵੀਸ਼ਵਰ ਕਹਿੰਦੇ ਨੇ, ਬਈ ਉਹਨਾਂ ਵਰਗਾ ਕਵੀ ਹੋਰ ਕੋਈ ਨਹੀਂ। ਬਹੁਤ ਗਹਿਰਾ ਗਿਆਨ, ਗਹਿਰਾ ਧਿਆਨ ਤੇ ਗਹਿਰਾ ਸਨਮਾਨ ਹੈ ਮਹਾਰਾਜ ਦਾ ਉਹਨਾਂ ਦੇ ਅੰਦਰ। ਤੇ ਇਸ ਲਈ ਇਹ ਨਿਧਾਨ ਤਿਆਰ ਹੋਇਆ, ਗੁਰੂ ਇਤਿਹਾਸ ਦਾ ਖਜ਼ਾਨਾ ਤਿਆਰ ਹੋਇਆ। ਸੁਣਨ ਦਾ ਢੰਗ ਦੱਸਦੇ ਨੇ, ਕਹਿੰਦੇ ਨੇ ਸੁਣੋ ਕਥਾ ਸਾਵਧਾਨ ਹੋਵੇ ਸਰੋਤਾ ਸਿੱਖ ਸਮੁਦਾਇ। ਐ ਗੁਰ ਸਿੱਖੋ, ਐ ਸਾਧ ਸੰਗਤ, ਐ ਗੁਰ ਸਿੱਖਾਂ ਦੇ ਇਕੱਠ ਭਾਵ ਸਾਧ ਸੰਗਤ। ਇਹ ਜੋ ਕਥਾ ਮੈਂ ਤੁਹਾਡੇ ਨਜ਼ਰ ਕਰ ਰਿਹਾ, ਇਸ ਨੂੰ ਪੂਰੇ ਧਿਆਨ ਨਾਲ ਸੁਣਨਾ ਤੇ ਸਾਵਧਾਨ ਹੋ ਕੇ ਸੁਣਨਾ। ਤੁਸੀਂ ਮਹਾਰਾਜ ਦੀ ਬਾਣੀ ਵੀ ਪੜ੍ਹਦੇ, ਬਾਣੀ ਦੀ ਵਿਆਖਿਆ ਹੀ ਹੈ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਕਿਉਂਕਿ ਸਤਿਗੁਰੂ ਜੀ ਦੀ ਬਾਣੀ ਗੁਰੂ ਦੇ ਬਚਨ, ਗੁਰੂ ਦੇ ਵਿਚਾਰ ਨੇ ਤੇ ਗੁਰੂ ਇਤਿਹਾਸ ਗੁਰੂ ਦੇ ਦੀਦਾਰ ਨੇ। ਇਸ ਲਈ ਜਿਵੇਂ ਗੁਰੂ ਵਿਚਾਰ ਨੂੰ ਸਾਵਧਾਨ ਹੋ ਕੇ ਸੁਣਨਾ ਹੈ, ਇਸ ਤਰ੍ਹਾਂ ਗੁਰੂ ਦੀਦਾਰ ਨੂੰ ਵੀ ਸਾਵਧਾਨ ਹੋ ਕੇ ਪ੍ਰਾਪਤ ਕਰਨਾ। ਇਸ ਲਈ ਕਹਿੰਦੇ ਨੇ ਸੁਣੋ ਕਥਾ ਸਾਵਧਾਨ ਹੋਵੇ ਸਰੋਤਾ ਸਿੱਖ ਸਮੁਦਾਇ। ਸਾਰੇ ਜਾਣੇ ਬੜੇ ਧਿਆਨ ਪੂਰਵਕ ਸਰਵਣ ਕਰੋ। ਵਧ ਹੈ ਬਖੇਰਾ ਜਾਹੇ ਤੇ ਮਿਲਣ ਤੁਰਕ ਬਨ ਆਏ। ਕਹਿੰਦੇ ਨੇ ਉਹ ਸਾਰਾ ਜਿਸ ਤੋਂ ਮੂਲ ਬਖੇੜਾ ਵਧਿਆ ਤੁਰਕਾਂ ਦੇ ਨਾਲ, ਚੰਦੂ ਦੇ ਨਾਲ, ਤੇ ਜਾ ਕੇ ਔਰੰਗ ਆਪਣਾ ਜਹਾਂਗੀਰ ਨਾਲ ਮਿਲਣਾ ਵੀ ਹੋਇਆ, ਭਾਵ ਸ਼ਹੀਦੀ ਹੋਈ। ਸਵਈਆ ਰਾਜ ਕਰੈ ਸਗਰੀ ਛਿਤ ਕੋ। ਸਾਰੀ ਧਰਤੀ ਤੇ ਉਹਨਾਂ ਦਾ ਰਾਜ ਹੈ। ਮਾਨੋ ਸਾਰੇ ਭਾਰਤ ਵਰਸ਼ ਦੀ ਧਰਤੀ ਤੇ ਜਹਾਂਗੀਰ ਦਾ ਰਾਜ ਹੈ। ਜਿਨ ਆਏ ਸਮੇਟ ਸਕੈ ਨਹਿ ਕੋ। ਤੇ ਉਹਨਾਂ ਦੀ ਆਗਿਆ, ਉਹਨਾਂ ਦਾ ਹੁਕਮ ਕੋਈ ਟਾਲ ਨਹੀਂ ਸਕਦਾ। ਉਹਨਾਂ ਦਾ ਹੁਕਮ ਟਾਲਣ ਦਾ ਮਤਲਬ ਹੈ ਵੀ ਆਪਣੀ ਮੌਤ ਨੂੰ ਸੱਦਾ ਦੇਣਾ, ਮੌਤ ਦਾ ਸਾਮਾਨ ਕਰਨਾ। ਇਸ ਲਈ ਸਾਰੇ ਹੀ ਭਾਰਤ ਵਰਸ਼ ਦੀ ਭੂਮੀ ਤੇ ਉਹਨਾਂ ਦਾ ਰਾਜ ਹੈ ਤੇ ਹੁਕਮ ਕੋਈ ਟਾਲ ਨਹੀਂ ਸਕਦਾ। ਦੀਰਘ ਕੋਟ ਚਮੂ ਜਿਸ ਪੈ। ਬੜੇ ਵੱਡੇ ਵੱਡੇ ਕਿਲੇ ਨੇ ਤੇ ਬੜੀ ਵੱਡੀ ਸੈਨਾ ਹੈ, ਰੈਕਲੇ, ਜੰਬੂਰੇ, ਤੋਪਾਂ ਔਰ ਭਿਆਨਕ ਜਿਸਮ ਵਾਲੇ ਸੂਰਮੇ ਸੈਨਾ ਵਿੱਚ ਹਨ। ਨਾਮ ਵਾਸ ਰਹਿਓ ਅਸ ਭਖ ਹੈ ਜੋ। ਔਰ ਇਸ ਤਰ੍ਹਾਂ ਦੇ ਨਾਲ ਭਾਈ ਸਾਹਿਬ ਜੀ ਨੇ ਬੜਾ ਸੋਹਣਾ ਲਿਖਿਆ ਕਿ ਉਹਨਾਂ ਦੀ ਕੋਈ ਆਗਿਆ ਮੇਟ ਨਹੀਂ ਸਕਦਾ। ਵੱਡੇ ਵੱਡੇ ਕਿਲੇ ਨੇ, ਫੌਜ ਹੈ ਜਿਹਦੇ ਕੋਲ। ਨਾਮ ਵਾਸ ਰਹਿਓ ਅਸ ਭਖ ਹੈ ਜੋ। ਉਹਦੇ ਸਾਹਮਣੇ ਕੋਈ ਆਕੀ ਨਹੀਂ ਰਿਹਾ, ਭਾਵ ਸਾਰੇ ਹੀ ਉਸ ਦੀ ਈਨ ਮੰਨਦੇ। ਭਾਵੇਂ ਪਹਾੜੀ ਰਾਜਿਆਂ ਨੂੰ ਦੇਖੀਏ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਗਾਰੇ ਦਾ ਤਾਂ ਵਿਰੋਧ ਕਰਦੇ, ਪਰ
ਮੁਸਲਮਾਨ ਬਾਦਸ਼ਾਹ ਨੂੰ ਵੱਡੇ ਵੱਡੇ ਰਾਜਪੂਤ ਆਪਣੀਆਂ ਲੜਕੀਆਂ ਦਿੰਦੇ ਰਹੇ, ਆਪਣੀਆਂ ਕੰਨਿਆਂ ਦਿੰਦੇ ਰਹੇ। ਭੁੱਲ ਜਾਂਦੇ ਰਹੇ ਵੀ ਸਾਡੀ ਜਾਤ ਕੀ ਹੈ, ਸਾਡਾ ਧਰਮ ਕੀ ਹੈ, ਸਾਡਾ ਪਰੰਪਰਾ ਸਾਡੀ ਕੀ ਹੈ। ਔਰ ਮਹਾਰਾਜ ਜੀ ਦੇ ਸਿਧਾਂਤ ਦਾ ਬਿਨਾਂ ਕਾਰਨ ਵਿਰੋਧ ਕਰਦੇ। ਇਹਦਾ ਮਤਲਬ ਹੈ ਤੁਰਕਾਂ ਦੇ ਸਾਹਮਣੇ ਕੋਈ ਆਕੀ ਨਹੀਂ ਹੋ ਸਕਿਆ, ਜਿਹੜਾ ਆਕੀ ਹੋਇਆ ਉਹ ਮਾਰਿਆ ਗਿਆ। ਭੂਪਤ ਪੂਰਬ ਦਛਨ ਕੋ ਪੁਨ। ਭਾਵੇਂ ਭੂਪਤ ਜਿਹੜੇ ਪੂਰਬ ਦੇਸ਼ ਦੇ ਰਾਜੇ ਨੇ, ਭਾਵੇਂ ਦੱਖਣ ਦੇਸ਼ ਦੇ ਰਾਜੇ, ਜਿਹੜਾ ਨਾਰਥ ਈਸਟਰਨ ਏਰੀਆ ਹੈ ਸਾਰਾ, ਪੱਛਮ ਕੇ ਨਿਰਪਸੈਲ ਜੇ ਹੋ। ਇਸ ਤਰ੍ਹਾਂ ਪੱਛਮ ਦੇ ਰਾਜੇ ਤੇ ਪਹਾੜੀ ਰਾਜੇ ਜਿਹੜੇ ਹਨ, ਆਨ ਕੋ ਮਾਨ ਕਡਾਨ ਕੋ ਦੇਤ। ਇਹ ਜਿਹੜਾ ਤਮਾਮ ਰਾਜਿਆਂ ਦਾ ਖਾਨਦਾਨ ਹੈ, ਰਾਜ ਸਜਰਾ ਹੈ ਭਾਰਤ ਦਾ, ਇਹ ਸਾਰੇ ਜਹਾਂਗੀਰ ਦੀ ਆਨ ਮੰਨਦੇ ਤੇ ਉਹਨੂੰ ਡੰਨ ਭਰਦੇ ਨੇ। ਹਰ ਸਾਲ ਮਾਮਲਾ ਦਿੰਦੇ ਹਨ, ਟੈਕਸ ਤਾਰਦੇ ਹਨ, ਜਜ਼ੀਆ ਭਰਦੇ ਹਨ ਕਿ ਸੇਵ ਕਰੈ ਰਹਿ ਹਾਜ਼ਰ ਸੋ। ਤੇ ਜੋ ਰਾਜਾ ਜਹਾਂਗੀਰ ਇਹਨਾਂ ਰਾਜਿਆਂ ਨੂੰ ਕਹਿੰਦਾ ਹੈ ਹੱਥ ਜੋੜ ਕੇ ਸੇਵਾ ਕਰਦੇ, ਤੇ ਸਦਾ ਹੀ ਉਹਦੀ ਹਾਜ਼ਰੀ ਭਰਨ ਵਿੱਚ ਫਖਰ ਮਹਿਸੂਸ ਕਰਦੇ ਹਨ। ਕਬਿਤ ਦਿੱਲੀ ਪਤ ਪਇਓ ਜਹਾਂਗੀਰ ਜਿਸ ਨਾਮ ਕਹੈ। ਦਿੱਲੀ ਦਾ ਵੱਡਾ ਰਾਜਾ ਹੋਇਆ ਜਿਸ ਦਾ ਨਾਮ ਜਹਾਂਗੀਰ ਆਖਿਆ ਜਾਂਦਾ ਹੈ। ਜਹਾਂਗੀਰ ਦਾ ਮਤਲਬ ਹੈ ਜਹਾਨ ਸਾਰਾ ਜਿਹਦੀ ਪਕੜ ਵਿੱਚ ਹੈ। ਗੀਰ ਦਾ ਮਤਲਬ ਪਕੜ, ਭਾਵ ਸਾਰਾ ਦੇਸ਼ ਜਿਹਦੀ ਮੁੱਠੀ ਵਿੱਚ ਹੈ। ਹਾਂਜੀ, ਅਧਿਕ ਕੀ ਪ੍ਰਤਾਪ ਤੁਰ ਕੇਸਰ ਕੋ ਜਾਣੀਏ। ਤੁਰਕਾਂ ਦਾ ਇਹ ਬਾਦਸ਼ਾਹ ਤੇ ਬੜਾ ਉਹਦਾ ਸਨਮਾਨ, ਬੜਾ ਪ੍ਰਤਾਪ, ਬੜਾ ਜਸ ਜਾਣਿਆ ਜਾਂਦਾ ਹੈ। ਕੋਸ ਮੈਂ ਦਰਬ ਮਹਾਦੀਤ ਲਿਤ ਜਹਾਂ ਕਹਾ। ਉਹਦੇ ਖਜ਼ਾਨਿਆਂ ਵਿੱਚ ਹੀਰੇ ਜਵਾਹਰਾਤਾਂ ਦਾ, ਮੋਹਰਾਂ ਦਾ ਕੋਈ ਅੰਤ ਕੋਈ ਨਹੀਂ। ਜਿਹਨੂੰ ਮਰਜ਼ੀ ਦੇਵੇ ਤੇ ਜਿਹਦੇ ਕੋਲ ਮਰਜ਼ੀ ਖਜ਼ਾਨਾ ਖੋਲੇ। ਸਾਰਾ ਬਲ ਹਰ ਤਰ੍ਹਾਂ ਦਾ ਉਸ ਕੋਲ ਹੈ। ਅਪਰ ਸਮਾਜ ਕਹਾ ਕੀਨਵੇ ਮੈਂ ਆਨੀਏ। ਤੇ ਬਾਕੀ ਕਿਤਨੇ ਘੋੜੇ ਨੇ, ਕਿਤਨੇ ਹਾਥੀ ਨੇ, ਕਿਤਨੀਆਂ ਜਾਗੀਰਾਂ ਨੇ, ਕਿਤਨੀ ਜਗ੍ਹਾ ਇਲਾਕਾ ਹੈ, ਕਿਤਨੇ ਮਿਲਖ ਨੇ, ਉਹ ਸਾਰੇ ਗਿਣਨ ਵਿੱਚ ਨਹੀਂ ਆਉਂਦੇ। ਭਾਵ ਅਕੂਤ ਸੰਪत्ति ਦਾ ਮਾਲਕ ਹੈ। ਚਾਰੋਂ ਦੇਸ ਮਾਹੇ ਤਰਾਸ ਜੁੱਧ ਤੇ ਨਿਰਾਸ ਭਏ। ਚਾਰੋਂ ਪਾਸੇ ਉਹਦਾ ਡਰ ਹੈ ਤੇ ਯੁੱਧ ਉਹਦੇ ਨਾਲ ਕੋਈ ਕਰਦਾ ਨਹੀਂ। ਜੇ ਕਿਧਰੇ ਪਤਾ ਚੱਲੇ ਵੀ ਬਾਦਸ਼ਾਹ ਦੀ ਸੈਨਾ ਲੰਘ ਰਹੀ ਹੈ ਤੇ ਲੰਘਦੀ ਸੈਨਾ ਨੂੰ ਹੀ ਲੋਕ ਵੱਡੀਆਂ ਪਿਟਾਵਾਂ ਲੈ ਕੇ ਮਿਲਦੇ ਨੇ, ਨਜ਼ਰਾਨੇ ਦਿੰਦੇ ਹਨ। ਕੋਈ ਉਹਦਾ ਸਾਨੀ ਨਹੀਂ ਹੈਗਾ। ਹੱਥ ਬੰਦ ਆਨ ਪਾਸ ਜੀਵਨ ਕੋ ਠਾਨੀਏ। ਔਰ ਇਸ ਤਰ੍ਹਾਂ ਦੇ ਨਾਲ ਸਾਰਾ ਜੀਵਨ ਉਹਦੇ ਸਾਹਮਣੇ ਹੱਥ ਜੋੜ ਕੇ ਉਹਦੇ ਆਸ-ਪਾਸ ਜੀਵਨ ਗੁਜ਼ਾਰਦੇ ਹਨ। ਰੰਕ ਦੇਹ ਰਾਜਾ ਕਰ ਰਾਜਾ ਕੋ ਬਣਾਵੇ ਰੰਕ। ਉਹਦੀ ਇਤਨੀ ਸੱਤਾ ਹੈ ਬਈ ਰਾਜੇ ਨੂੰ ਰੰਕ ਬਣਾ ਦੇਵੇ, ਲੁੱਟ ਲੈ, ਕੁੱਟ ਲੈ, ਮਾਰ ਦੇਵੇ, ਜ਼ਮੀਨ ਖੋਹ ਲੈ, ਰਾਜ ਖੋਹ ਲੈ, ਤੇ ਜੇ ਚਾਹੇ ਤੇ ਰੰਕ ਨੂੰ ਰਾਜਾ ਵੀ ਬਣਾ ਦੇ। ਇਤਨੀ ਸਮਰੱਥਾ ਹੈ ਜਹਾਂਗੀਰ ਦੇ ਰਾਜ ਵਿੱਚ ਉਸ ਦੀ। ਐਸੋ ਪਾਤ ਸਾਹ ਪਇਓ ਐਸਰਵਜ ਮਹਾਨੀਏ। ਇਸ ਤਰ੍ਹਾਂ ਦਾ ਉਹ ਬਾਦਸ਼ਾਹ ਹੋਇਆ ਜਿਹਦਾ ਐਸ਼ਵਰਜ ਬਹੁਤ ਵੱਡਾ ਹੈ, ਜਿਹਦੇ ਮਹਿਲ ਵੱਡੇ ਵੱਡੇ ਹਨ, ਕਿਲੇ ਵੱਡੇ ਵੱਡੇ ਹਨ, ਬੇਗਮਾਂ ਬਹੁਤ ਹਨ। ਇਸ ਤਰ੍ਹਾਂ ਸਾਰਾ ਰਾਜ ਸਾਜ ਸਮਾਜ ਉਹਦੇ ਕੋਲ ਹੈਗਾ ਹੈ, ਕੋਈ ਘਾਟਾ ਨਹੀਂ ਪਦਾਰਥਾਂ ਦਾ। ਕਬਿਤ ਤਾਂ ਕੋ ਹੈ ਦੀਵਾਨ ਇੱਕ ਚੰਦੂ ਨਾਮ ਅਬਵੇਕ। ਇੱਕ ਉਹਦਾ ਦੀਵਾਨ ਹੈ ਜਿਹਦਾ ਨਾਮ ਚੰਦੂ ਹੈ। ਤੇ ਭਾਈ ਸਾਹਿਬ ਕਹਿੰਦੇ ਨੇ ਮਾਨੋ ਅਗਿਆਨਤਾ ਨੇ ਆਪਣਾ ਨਾਮ ਚੰਦੂ ਰਖਵਾਇਆ। ਅਵਿਵੇਕ ਹੈ, ਨਾ ਸਮਝ ਹੈ, ਵਿਵੇਕ ਬੁੱਧੀ ਉਸ ਕੋਲ ਨਹੀਂ। ਵੈਸੇ ਵੀ ਇਹ ਜਿਹੜੇ ਹੱਠ ਹੁੰਦੇ ਨਾ, ਤ੍ਰਿਆ ਹੱਠ, ਬਾਲ ਹੱਠ, ਰਾਜ ਹੱਠ, ਸੰਤ ਦਾ ਵੀ ਹੱਠ ਹੁੰਦਾ। ਇਹ ਜਿਹੜਾ ਹੱਠ ਹੁੰਦਾ ਹੈ ਇਹ ਮਨੁੱਖ ਨੂੰ ਫਿਰ ਹੰਕਾਰ ਨਾਲ ਭਰਿਆ ਹੋਣ ਕਰਕੇ ਨਿਵਣ ਨਹੀਂ ਦਿੰਦਾ, ਲਿਫਣ ਨਹੀਂ ਦਿੰਦਾ। ਇਹ ਦੀਵਾਨ ਚੰਦੂ ਵੈਸੇ ਵੀ ਮੂਰਖ ਹੈ, ਸਮਝ ਇਸ ਕੋਲ ਘੱਟ ਹੈਗੀ ਹੈ।
ਤੇ ਬਾਦਸ਼ਾਹ ਦੇ ਨੇੜੇ ਉਹਦਾ ਦੀਵਾਨ ਹੋਣ ਕਰਕੇ, ਉਹਦਾ ਖਾਸ ਹੋਣ ਕਰਕੇ ਇਹਦੇ ਮਨ ਵਿੱਚ ਬਹੁਤ ਅਹੰਕਾਰ ਹੈ ਤੇ ਅਗਿਆਨਤਾ ਨਾਲ ਹਿਰਦਾ ਭਰਿਆ ਹੋਇਆ ਹੈ। ਗੁਰੂ ਪਰਮੇਸ਼ਵਰ ਮਹਾਤਮ ਨਾ ਜਾਣਈ। ਤੇ ਜਿਹੜਾ ਇਸ ਤਰ੍ਹਾਂ ਦਾ ਹਿਰਦਾ ਹੋਵੇਂਦਾ ਹੈ, ਉਹ ਕਿਸੇ ਬਜ਼ੁਰਗ ਦਾ, ਗੁਰੂ ਦਾ, ਪ੍ਰਮਾਤਮਾ ਦਾ ਮਹਾਤਮ ਨਹੀਂ ਸਮਝ, ਭਾਵ ਉਹਨਾਂ ਦਾ ਸਨਮਾਨ ਉਹ ਨਹੀਂ ਕਰ ਸਕਦਾ। ਉਹ ਹੋਰ ਢੰਗ ਨਾਲ ਦੇਖਦਾ ਹੁੰਦਾ ਹੈ ਹਰ ਇੱਕ ਨੂੰ। ਮਾਇਆ ਮਦ ਮਤ ਮੂੜ ਕੁਮਤ ਅਰੂੜ ਰਹਿ। ਕੁਮਤੀ ਤੇ ਮੂਰਖ ਮਤ ਤੇ ਸਵਾਰ ਰਹਿੰਦਾ ਹੈ ਤੇ ਮਾਇਆ ਦੇ ਨਸ਼ੇ ਵਿੱਚ ਮਸਤ ਰਹਿੰਦਾ ਹੈ। ਬੜਾ ਮੂੜ ਹੈ ਇਹ। ਹੁਕਮ ਚਲਾਵਤ ਹੰਕਾਰ ਕੈ ਮਹਾਨਈ। ਤੇ ਸਾਰਿਆਂ ਤੇ ਇਹ ਹੁਕਮ ਚਲਾਉਂਦਾ ਹੈ, ਹੰਕਾਰ ਨਾਲ ਭਰਿਆ ਹੋਇਆ, ਬਾਦਸ਼ਾਹ ਦੀ ਨੇੜਤਾ ਹੋਣ ਕਰਕੇ। ਬਾਦਸ਼ਾਹ ਨੇ ਕੁਝ ਇਸ ਤਰ੍ਹਾਂ ਦੇ ਲੋਕ ਰੱਖੇ ਹੁੰਦੇ ਸਨ ਜਿਹੜੇ ਚਾਪਲੂਸ ਟਾਈਪ ਦੇ ਸਨ, ਤੇ ਦੂਜੀ ਕਮਿਊਨਿਟੀ ਦੇ ਇਸ ਲਈ ਰੱਖਦੇ ਸਨ ਵੀ ਉਹਨਾਂ ਦਾ ਨੁਕਸਾਨ ਜ਼ਿਆਦਾ ਇਹੀ ਕਰ ਸਕਦਾ, ਤੇ ਜੇ ਸਿੱਧਾ ਬਾਦਸ਼ਾਹ ਕਰੇ ਤੇ ਫਿਰ ਬਦਨਾਮ ਵੀ ਹੁੰਦਾ, ਔਰ ਧਰਮ ਕਰਕੇ, ਦੂਜੇ ਧਰਮ ਕਰਕੇ ਫਿਰ ਜੰਗ ਵੀ ਮਚ ਸਕਦਾ, ਪਬਲਿਕ ਬਾਗੀ ਹੋ ਸਕਦੀ ਹੈ। ਇਸ ਲਈ ਉਸ ਧਰਮ ਦਿਆਂ ਲੋਕਾਂ ਨੂੰ, ਕੁਝ ਚਾਪਲੂਸ ਕਿਸਮ ਦਿਆਂ ਲੋਕਾਂ ਨੂੰ ਬਾਦਸ਼ਾਹ ਆਪਣੇ ਕੋਲ ਰੱਖਦੇ ਔਰ ਉਸ ਕੌਮ ਦਾ ਨੁਕਸਾਨ ਕਰਵਾਉਂਦੇ ਹਨ। ਪਾਤਸ਼ਾਹੀ ਲੋਕ ਸਭ ਮਨ ਆਨ ਠਾਨ ਨਮੋ। ਔਰ ਇਸ ਤਰ੍ਹਾਂ ਦੇ ਨਾਲ ਪਾਤਸ਼ਾਹੀ ਲੋਕ ਸਾਰੇ ਮੰਨਦੇ ਹਨ ਇਸ ਨੂੰ। ਹਾਂਜੀ, ਆਨ ਠਾਨ, ਆਨ ਠਾਨ ਨਮੋ। ਪਾਤਸ਼ਾਹੀ ਲੋਕ ਸਭ ਮਨ ਆਨ ਠਾਨ ਨਮੋ। ਸਾਰੇ ਇਸ ਨੂੰ ਨਮਸਕਾਰ ਕਰਦੇ ਹਨ, ਮੱਥਾ ਟੇਕਦੇ ਹਨ। ਚਾਹੇ ਜਿਮ ਕਰ ਤਿਮ ਦੇਸ ਜਿਸ ਮਾਨਈ। ਔਰ ਇਸ ਤਰ੍ਹਾਂ ਦੇ ਨਾਲ ਚਾਹੇ ਜੋ ਮਰਜ਼ੀ ਕਰੇ, ਸਾਰਾ ਦੇਸ਼ ਇਹਨੂੰ ਮੰਨਦਾ ਹੈ। ਜਹਾਂਗੀਰ ਦਾ ਦੀਵਾਨ ਖਾਸ ਹੋਣ ਕਰਕੇ ਇੱਕ ਸੁਤ ਪਈ ਤਾਂ ਕੋ ਨਾਮ ਰਾਖਿਓ ਸਦਾ ਕੌਰ। ਇਹਦੇ ਘਰ ਵਿੱਚ ਇੱਕ ਬੱਚੀ ਨੇ ਜਨਮ ਲਿਆ ਜਿਹਦਾ ਨਾਮ ਇਸਨੇ ਸਦਾ ਕੌਰ ਰੱਖਿਆ। ਇਹ ਜਿਹੜਾ ਕੌਰ ਸ਼ਬਦ ਹੈ ਨਾ, ਪੁਰਾਣੇ ਸਮੇਂ ਤੋਂ ਚੱਲਦਾ, ਤੇ ਕੌਰ ਦੇ ਅਰਥ ਹੁੰਦੇ ਨੇ ਪ੍ਰਿੰਸੈਸ, ਰਾਜਕੁਮਾਰੀ। ਜਿਹੜਾ ਸਤਿਗੁਰੂ ਜੀ ਨੇ ਆਪਣੀਆਂ ਬੱਚੀਆਂ ਨੂੰ ਨਾਮ ਕੌਰ ਦਿੱਤਾ ਹੈ, ਇਹਦਾ ਮਤਲਬ ਹੈ ਕਿ ਸਾਰੀਆਂ ਮੇਰੀਆਂ ਸ਼ਹਿਜ਼ਾਦੀਆਂ, ਸਾਰੀਆਂ ਮੇਰੀਆਂ ਰਾਜਕੁਮਾਰੀਆਂ। ਸਿੰਘ ਦਾ ਮਤਲਬ ਹੈ ਪਾਰ ਬ੍ਰਹਮ ਪਰਮੇਸ਼ਰ ਵਰਗਾ ਜਿਹਦਾ ਰਾਜ ਹੈ। ਜਿਹੜਾ ਸਿੰਘ ਆਮ ਕਰਕੇ ਜੰਗਲੀ ਜਾਨਵਰ ਨੂੰ ਕਹਿ ਦਿੰਦੇ ਨਾ, ਜਿਹੜਾ ਬਾਕੀ ਜਾਨਵਰਾਂ ਨੂੰ ਮਾਰ ਮਾਰ ਖਾਂਦਾ, ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਦਿੱਤਾ ਹੋਇਆ ਸਿੰਘ ਨਾਮ ਦਾ ਮਤਲਬ ਇਹ ਨਹੀਂ। ਅਸੀਂ ਆਮ ਸਮਝਦੇ ਹਾਂ ਵੀ ਲਾਇਨ ਹੈ, ਬੱਬਰ ਸ਼ੇਰ ਹੈ, ਉਹ ਨਹੀਂ। ਇੱਥੇ ਸਿੰਘ ਦਾ ਮਤਲਬ ਹੈ ਜਿਹੜਾ ਸਾਰੇ ਜਗਤ ਦਾ ਬਾਦਸ਼ਾਹ ਹੈ, ਰਾਜਾ ਹੈ। ਉਹ ਕੌਣ ਹੈ? ਉਹ ਕੇਵਲ ਪਰਮਾਤਮਾ ਹੈ। ਜਿਹੜਾ ਸਿੰਘ ਸ਼ਬਦ ਸਾਨੂੰ ਮਹਾਰਾਜ ਨੇ ਦਿੱਤਾ, ਇਹਦਾ ਮਤਲਬ ਪਰਮਾਤਮਾ ਹੈ, ਸਰਵੋਪਰੀ, ਸਰਵੋੱਚ, ਜਿਹੜਾ ਕਦੀ ਮੁੱਕਦਾ ਨਹੀਂ, ਕਦੀ ਝੁਕਦਾ ਨਹੀਂ। ਇਸ ਕਰਕੇ ਕਿਤੇ ਆਪਣੇ ਨਾਮ ਸਿੰਘ ਦੀ ਵਿਆਖਿਆ ਉਹ ਜੰਗਲੀ ਜਾਨਵਰ ਨਾ ਕਰ ਲੈਣ। ਉਹ ਤੇ ਕੁੱਤਿਆਂ ਕੋਲੋਂ ਵੀ ਡਰ ਜਾਂਦਾ, ਉਹਨੂੰ ਕਿਤੇ ਨਾ ਸਮਝ ਲੈਣਾ ਵੀ ਬੜਾ ਦਲੇਰ ਹੈ ਤੇ ਬੜਾ ਵੱਡਾ ਹੈ। ਨਹੀਂ, ਜਿਹੜੇ ਖੋਜ ਕਰਦੇ ਨੇ ਜੀਵ ਵਿਗਿਆਨੀ, ਉਹ ਦੱਸਦੇ ਨੇ ਵੀ ਇਹਦੇ ਕੋਲ ਕੋਈ ਖਾਸ ਬਹਾਦਰੀ ਨਹੀਂ, ਬਸ ਇਹ ਹੈ ਬਈ ਇਹਨੂੰ ਸ਼ਿਕਾਰ ਖੇਡਣਾ ਆਉਂਦਾ ਹੈ, ਬਾਕੀਆਂ ਨੂੰ ਪਕੜ ਕੇ ਮਾਰਨਾ। ਡਰਪੋਕ ਵੈਸੇ ਬਹੁਤ, ਜੇ ਬੱਕਰੀ ਵੀ ਸਿੱਧੀ ਹੋ ਜਾਏ ਤੇ ਉਸੇ ਵੇਲੇ ਰੁਕ ਜਾਂਦਾ ਤੇ ਭੱਜ ਵੀ ਜਾਂਦਾ। ਜਿਹੜਾ ਨਾਮ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਿੰਘ ਦਿੱਤਾ ਹੈ, ਇਹਦਾ ਮਤਲਬ ਪਰਮਾਤਮਾ, ਇਹਦਾ ਮਤਲਬ ਸਤਿਗੁਰੂ ਆਪਣਾ ਨਾਮ ਦੇ ਰਹੇ, ਉਹਨਾਂ ਦੇ ਨਾਮ ਨਾਲ ਵੀ ਸਿੰਘ ਸ਼ਬਦ ਲੱਗਦਾ। ਤੇ ਕੁਆਰੀ ਜਿਹੜੀ ਕੌਰ ਹੈ, ਇਹ ਪ੍ਰਿੰਸੈਸ ਹੈ, ਰਾਜਕੁਮਾਰੀ। ਇਸ ਲਈ ਮਹਾਰਾਜ ਨੇ ਕਿਹਾ ਵੀ ਮੇਰੇ ਸਿੱਖ ਦਾ ਨਾਮ ਅੱਧਾ ਨਹੀਂ ਬੁਲਾਉਣਾ, ਬੱਚੀ ਦਾ ਨਾਮ ਅੱਧਾ ਨਹੀਂ ਬੁਲਾਉਣਾ। ਅਸੀਂ ਤੇ ਹੋਰ ਬੜੇ ਕਾਲਿੰਗ ਨੇਮ ਰੱਖੇ ਨੇ, ਕੋਈ ਟੀਟੂ, ਕੋਈ ਛੀਟੂ, ਕੋਈ ਮਿੱਟੂ, ਕੋਈ ਪਤਾ ਨਹੀਂ ਕੀ ਕੀ। ਜਦੋਂ ਅਸੀਂ ਇਸ ਤਰ੍ਹਾਂ ਦੇ ਨਾਮ ਸਿੱਖ ਬੱਚਿਆਂ ਦੇ ਬੁਲਾਉਂਦੇ ਹਾਂ, ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੱਲੋਂ ਮਿਲੇ ਹੋਏ ਸਨਮਾਨ ਨੂੰ ਠੁਕਰਾਉਂਦੇ, ਠੋਕਰ ਮਾਰਦੇ। ਤੇ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਮਿਲੇ ਸਨਮਾਨ ਨੂੰ ਠੋਕਰ ਮਾਰਦਾ ਹੈ,
ਉਹਨੂੰ ਜ਼ਮਾਨੇ ਵਿੱਚ ਠੋਕਰਾਂ ਹੀ ਮਿਲਣੀਆਂ, ਹੋਰ ਕੀ ਮਿਲਣਾ। ਇਸ ਲਈ ਕਦੀ ਆਪਣੇ ਬੱਚੇ ਦਾ ਨਾਮ ਅੱਧਾ ਨਾ ਬੁਲਾਓ, ਸਿੰਘ ਕਰਕੇ ਬੁਲਾਓ। ਬੱਚੀ ਦਾ ਨਾਮ ਪੂਰਾ ਕੌਰ ਕਰਕੇ ਬੁਲਾਓ। ਜਦ ਕੌਰ ਕਹਿੰਦੇ ਹੋ ਤਾਂ ਇਹਦਾ ਮਤਲਬ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸ਼ਹਿਜ਼ਾਦੀ। ਸਿੰਘ ਕਹਿੰਦੇ ਹੋ ਤੇ ਪ੍ਰਮਾਤਮਾ ਦੀ ਸ਼ਕਤੀ ਦਾ ਲਿਖਾਇਆ। ਪੁਰਾਣੇ ਸਮੇਂ ਤੋਂ ਵੈਸੇ ਇਹ ਕੌਰ ਨਾਮ ਚੱਲਦਾ ਆ ਰਿਹਾ। ਮਹਾਰਾਜ ਨੇ ਜਿਹੜਾ ਹੈ ਉਹ ਪੂਰਾ ਸਾਨੂੰ ਇਹ ਨਾਮ ਦੇ ਕੇ ਨਿਵਾਜ਼ ਦਿੱਤਾ, ਸਨਮਾਨ ਕਰ ਦਿੱਤਾ। ਬਈ ਜਿਹੜਾ ਵੀ ਅੰਮ੍ਰਿਤਧਾਰੀ ਬੱਚਾ ਬੱਚੀ ਹੋ ਜਾਏ, ਮੇਰੇ ਮਤ ਵਿੱਚ ਆ ਜਾਏ, ਮੇਰੀ ਰਾਜਕੁਮਾਰੀ ਹੈ ਤੇ ਮੇਰਾ ਖਾਸ ਰੂਪ ਹੈ। ਖੈਰ ਮੁਕਤਸਰ ਮੈਂ ਗੁਜ਼ਾਰਿਸ਼ ਕਰਨਾ ਚਾਹੁੰਦਾ ਹਾਂ, ਇਸਨੇ ਨਾਮ ਤੇ ਸਦਾ ਕੌਰ ਹੀ ਰੱਖਿਆ ਹੈ। ਕਲਹਾਵਤਰੀ ਦੋਨੋਂ ਲੋਕ ਪਿਤ ਹਾਨਈ। ਪਰ ਸਮਝੋ ਇਸ ਤਰ੍ਹਾਂ ਵੀ ਇਹਦੇ ਘਰ ਵਿੱਚ ਕਲੇਸ਼ ਨੇ ਜਨਮ ਲਿਆ, ਕਲਾ ਨੇ ਅਵਤਾਰ ਧਾਰਿਆ। ਜਿਹਦਾ ਨਾਮ ਇਸਨੇ ਸਦਾ ਕੌਰ ਰੱਖਿਆ, ਉਹ ਤਾਂ ਕਲੇਸ਼ ਨੇ, ਕਲਾ ਨੇ, ਵਿਪਤਾ ਨੇ ਇਹਦੇ ਘਰ ਜਨਮ ਲਿਆ ਹੈ। ਕਪਿਤ ਸਾਤਵੇਂ ਬਰਖ ਬਿਖੈ ਸੂਤਾ ਜਬ ਹੇਰੀ ਨਿਜ। ਜਦੋਂ ਇਸ ਦੀ ਦੀਵਾਨ ਚੰਦੂ ਦੀ ਇਹ ਸਦਾ ਕੌਰ 7 ਸਾਲਾਂ ਦੀ ਹੋ ਗਈ ਤਾਂ ਕਾਰੂ ਸਨ ਬੰਦ ਕਹੂੰ ਐਸੇ ਮਨ ਆਨਿਓ। ਉਸਨੇ ਮਨ ਵਿੱਚ ਸੋਚਿਆ ਬਈ ਰਿਸ਼ਤਾ ਕਿਧਰੇ ਨਾ ਕਿਧਰੇ ਕਰਨਾ ਚਾਹੀਦਾ। ਇਹ ਵੈਸੇ ਹਰ ਮਾਂ-ਬਾਪ ਦਾ ਭਾਵ ਹੁੰਦਾ ਹੈ, ਅਰਦਾਸਾਂ ਕਰਦੇ ਬਈ ਚੰਗਾ ਵਰ ਘਰ ਮਿਲ ਜਾਏ। ਮਾਂ-ਬਾਪ ਲਈ ਸਭ ਤੋਂ ਵੱਡੀ ਖੁਸ਼ੀ ਇਹੀ ਹੁੰਦੀ ਹੈ ਕਿ ਉਹਦੀ ਬੱਚੀ ਨੂੰ ਘਰ ਵਰ ਚੰਗਾ ਮਿਲੇ, ਸਨਮਾਨ ਕਰਨ ਵਾਲਾ ਮਿਲੇ। ਤੇ ਜੇ ਗਾਲਾਂ ਕੱਢਣ ਵਾਲਾ ਮਿਲ ਜਾਏ ਤੇ ਬੱਚੀ ਤਾਂ ਦੁਖੀ ਹੁੰਦੀ ਹੈ, ਪਰ ਉਸ ਨਾਲੋਂ ਕਰੋੜਾਂ ਗੁਣਾ ਵੱਧ ਮਾਂ ਪਿਓ ਦੁਖੀ ਹੁੰਦੇ, ਭਰਾ ਦੁਖੀ ਹੁੰਦੇ ਨੇ, ਭੈਣਾਂ ਦੁਖੀ ਹੁੰਦੀਆਂ। ਇਸ ਲਈ ਹਰ ਬੰਦਾ ਸੋਚਦਾ ਹੈ ਵੀ ਚੰਗਾ ਵਰ, ਚੰਗੇ ਸੁਭਾਅ ਦਾ ਵਰ ਤੇ ਚੰਗਾ ਖਾਨਦਾਨੀ ਘਰ ਹੋਵੇ। ਇਹ ਹਰ ਇੱਕ ਦੀ ਇੱਛਾ ਹੁੰਦੀ ਹੈ। ਇਸ ਤਰ੍ਹਾਂ ਇਸ ਦੀ ਵੀ 7 ਸਾਲਾਂ ਦੀ ਹੋ ਗਈ। ਉਹਨਾਂ ਦਿਨਾਂ 'ਚ ਬਾਲ ਵਿਵਾਹ ਆਮ ਹੁੰਦਾ ਸੀ, ਅੱਜ ਕੱਲ੍ਹ ਤਾਂ ਨਹੀਂ ਹੁੰਦਾ। ਸਿੱਖ ਰਹਿਤ ਮਰਿਆਦਾ ਵੀ ਇਸ ਦੀ ਆਗਿਆ ਨਹੀਂ ਦਿੰਦੀ। ਜਦੋਂ ਸਰੀਰ ਕਰਕੇ ਬੱਚਾ ਬੱਚੀ ਜਵਾਨ ਹੋ ਜਾਵਣ, ਰਹਿਤ ਮਰਿਆਦਾ 'ਚ ਖਾਸ ਜ਼ਿਕਰ, ਉਸ ਵੇਲੇ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਨਾਤਾ ਕਰਨਾ ਤੇ ਆਨੰਦ ਕਾਰਜ ਕਰਨਾ। ਭਾਰਤ ਦੇਸ਼ ਦਾ ਕਾਨੂੰਨ ਵੀ ਆਗਿਆ ਨਹੀਂ ਦਿੰਦਾ ਹੁਣ ਬਾਲ ਵਿਵਾਹ ਦੀ। ਪਹਿਲੇ ਹੁੰਦਾ ਸੀ, ਉਸ ਵੇਲੇ ਚੱਲਦਾ ਸੀ। ਹਾਂਜੀ, ਵਿਪਰ ਕੋ ਬੁਲਾਇਓ ਸਮਝਾਇਓ ਮੇਲ ਦੰਪਤ ਨੇ। ਔਰ ਇਸ ਤਰ੍ਹਾਂ ਦੇ ਨਾਲ ਬ੍ਰਾਹਮਣ ਨੂੰ ਬੁਲਾਇਆ ਜਿਹੜੇ ਨਾਤਾ ਅਦਕ ਕਰਦੇ ਸਨ, ਤੇ ਸਮਝਾਇਆ ਦੋਵਾਂ ਜੀਆਂ ਨੇ ਮਿਲ ਕੇ ਇਸ ਤਰ੍ਹਾਂ। ਸੰਪਤ ਹਮਾਰੇ ਸਮ ਸਦਨ ਮਹਾਨਿਓ। ਆਖਣ ਲੱਗਾ ਬਈ ਸਾਡੇ ਘਰ ਵਰਗੀ ਸੰਪਤੀ ਹੋਵੇ, ਸਾਡੇ ਘਰ ਵਰਗਾ, ਸਾਡੇ ਵਰਗਾ ਮਾਣ ਸਨਮਾਨ ਹੋਵੇ, ਸਾਡੇ ਵਰਗੇ ਸੋਹਣੇ ਮਹਿਲ ਹੋਣ, ਸਾਡੇ ਵਰਗੀ ਪੁੱਛ ਗਿੱਛ ਹੋਵੇ ਜਿਸ ਪਰਿਵਾਰ ਵਿੱਚ ਉੱਚੀ ਕੁਲ ਹੋਏ ਲੇਹੋ ਬ੍ਰਿੰਦਪੁਰ ਜੋਏ ਤੁਮ। ਔਰ ਇਸ ਤਰ੍ਹਾਂ ਨਾਲ ਉੱਚੀ ਕੁਲ ਦਾ ਵੀ ਹੋਵੇ, ਸੁੰਦਰ ਵੀ ਹੋਵੇ, ਉੱਚੀ ਕੁਲ ਦਾ ਹੋਵੇ। ਔਰ ਲਿਹੋ ਬ੍ਰਿੰਦਪੁਰ ਜੋਏ, ਬਹੁਤ ਸਾਰੇ ਵੱਡੇ ਨਗਰ ਵਿੱਚ ਵੀ ਰਹਿੰਦਾ। ਇਹ ਨਾ ਹੋਏ ਵੀ ਛੋਟੇ ਜਿਹੇ ਪਿੰਡ ਵਿੱਚ ਘਰ ਆਓ, ਚੰਗੇ ਸ਼ਹਿਰ ਵਿੱਚ ਹੋਵੇ। ਆਪਾਂ ਵੀ ਤਾਂ ਇਹੀ ਸੋਚਦੇ ਹਾਂ ਬਈ ਕਮ ਅਜ਼ ਕਮ ਜ਼ਿਆਦਾ ਨਹੀਂ ਤੇ ਏਅਰ ਲਿੰਕ ਹੋਵੇ, ਏਅਰ ਲਿੰਕ ਸਿਟੀ ਹੋਵੇ। ਜੇ ਏਅਰ ਲਿੰਕ ਨਹੀਂ ਤਾਂ ਟ੍ਰੇਨ ਤਾਂ ਵੱਡੀਆਂ ਰੁਕਦੀਆਂ ਹੋਣ। ਅਸੀਂ ਵੀ ਐਸਾ ਸੋਚਦੇ ਹਾਂ, ਚੰਗਾ ਵਧੀਆ ਨਗਰ ਹੋਵੇ, ਖਾਨਦਾਨ ਹੋਵੇ, ਜ਼ਮੀਨਾਂ ਹੋਵਣ, ਕਾਰੋਬਾਰ ਹੋਵੇ ਤੇ ਸਰਕਾਰੇ ਦਰਬਾਰੇ ਸਤਿਕਾਰ ਹੋਵੇ। ਹਰ ਬੰਦਾ ਇਹ ਸੋਚਦਾ ਹੈ। ਇਸ ਤਰ੍ਹਾਂ ਹੀ ਇਹ ਸੋਚ ਰਿਹਾ ਹੈ। ਸੁੰਦਰ ਸਰੂਪ ਬਰ ਖੋਜੋ ਸਭ ਥਾਨਿਓ। ਆਖਣ ਲੱਗਾ ਨਾਲੇ ਵੱਡਾ ਘਰਾਨਾ ਹੋਵੇ, ਨਾਲੇ ਮਾਣ ਸਨਮਾਨ ਹੋਵੇ, ਨਾਲੇ ਧਨ ਹੋਵੇ ਤੇ ਨਾਲੇ ਪਰਿਵਾਰ ਵੀ ਸੋਹਣਾ ਹੋਵੇ। ਇਹ ਵੀ ਇੱਕ ਚੁਆਇਸ ਹੁੰਦੀ ਬੰਦੇ ਦੀ, ਮਾੜੀ ਗੱਲ ਨਹੀਂ ਵੀ ਪਰਿਵਾਰ ਜਿਹੜਾ ਉਹ ਚੰਗਾ ਹੋਵੇ, ਪਰਿਵਾਰਕ ਜੀ ਖੂਬਸੂਰਤ ਹੋਣ, ਵਿੱਚ ਬੈਠੇ ਚੰਗੇ ਲੱਗਣ, ਪੜ੍ਹੇ ਲਿਖੇ ਹੋਵਣ, ਕੁਆਲੀਫਾਈਡ ਹੋਵਣ, ਲੰਗੜੇ ਪੈਂਗੇ ਨਾ ਹੋਵਣ। ਬੰਦਾ ਸੋਚਦਾ ਹੀ
ਇਹ ਸੋਚਣਾ ਕੋਈ ਗਲਤ ਨਹੀਂ ਹੈ। तीनों हव एकत्र तो बचित्र बात जानो मन। ਆਖਣ ਲੱਗਾ ਉੱਚੀ ਕੋਲ ਹੋਵੇ, ਪਰਿਵਾਰ ਸੁੰਦਰ ਹੋਵੇ, ਬੱਚਾ ਸੁੰਦਰ ਹੋਵੇ, ਧਨਵਾਨ ਹੋਵੇ, ਗਿਆਨਵਾਨ ਹੋਵੇ, ਇਹ ਤਿੰਨੇ ਚੀਜ਼ਾਂ ਮਿਲਦੀਆਂ ਹੋਣ। आलस न कीजै फिरबे को हित ठानियो। ਤੇ ਇਹ ਨਾ ਹੋਵੇ ਵੀ ਲਾਗੇ ਜਾਈ ਕਿਸੇ ਰਿਸ਼ਤਾ ਕਰ ਆਓ, ਭਾਵੇਂ ਕਿੰਨੀ ਦੂਰ ਜਾਣਾ, ਪਰ ਇਹ ਸਭ ਚੀਜ਼ਾਂ ਲੱਭਣੀਆਂ ਚਾਹੀਦੀਆਂ। ਉੱਚੀ ਕੁੱਲ ਹੋਵੇ, ਖੂਬਸੂਰਤ ਬੱਚਾ ਹੋਵੇ, ਖੂਬਸੂਰਤ ਪਰਿਵਾਰ ਹੋਵੇ, ਮਾਣ ਸਤਿਕਾਰ ਹੋਵੇ, ਔਰ ਧਨਵਾਨ ਹੋਵੇ। हम सम धन होए ऊंचो बंस शुद्ध होए। ਸਾਡੇ ਵਰਗਾ ਧਨ ਵੀ ਘਰ ਵਿੱਚ ਹੋਵੇ। ਸਾਡੇ ਮਹਾਰਾਜ ਜੀ ਦੇ ਬਚਨ ਹਨ, ਗੁਰਸਿੱਖ ਬੱਚੀ ਕਾ ਰਿਸ਼ਤਾ ਉਸ ਥਾਂ ਕਰੇ ਜਿੱਥੇ ਸਿੱਖੀ ਅਕਾਲ ਪੁਰਖ ਕੀ ਹੋਵੇ। ਇਹ ਜ਼ਰੂਰ ਦੇਖਣਾ ਵੀ ਅਕਾਲ ਪੁਰਖ ਦੀ ਸਿੱਖੀ ਘਰ ਵਿੱਚ ਹੋਵੇ। ਜੇ ਸਿੱਖੀ ਹੈ ਤੇ ਸਾਰੇ ਸੁੱਖ ਆਪੇ ਆ ਜਾਣ, ਤੇ ਜੇ ਸਾਰੇ ਸੁੱਖ ਹੈਗੇ ਨੇ ਪਰ ਸਿੱਖੀ ਨਹੀਂ ਹੈਗੀ, ਨਸ਼ਿਆਂ ਵਾਲਾ ਪਰਿਵਾਰ ਹੈ, ਵਿਕਾਰੀ ਹੰਕਾਰੀ ਪਰਿਵਾਰ ਹੈ, ਉਸ ਘਰ ਵਿੱਚ ਬੱਚੀ ਦਾ ਨਾਤਾ ਦੇਣਾ ਆਪਣੀ ਬੱਚੀ ਨੂੰ ਨਰਕ 'ਚ ਪਾਉਣ ਵਰਗਾ, ਤੇ ਆਪ ਵੀ ਨਰਕ 'ਚ ਪੈਣ ਵਰਗਾ ਹੈ। ਇਸ ਲਈ ਗੁਰਸਿੱਖ ਰਿਸ਼ਤਾ ਕਰਨ ਲੱਗਿਆਂ ਸਭ ਤੋਂ ਪਹਿਲਾਂ ਇਹੀ ਦੇਖੇ ਕਿ ਬੱਚਾ ਬੱਚੀ ਗੁਰਸਿੱਖ ਹੈਗੇ ਨੇ ਕਿ ਨਹੀਂ ਹੈ। ਬਾਲ ਕਾਲ ਵਿੱਚ ਹੀ ਉਹਨਾਂ ਨੂੰ ਨਿਤਨੇਮ ਦੀਆਂ ਬਾਣੀਆਂ ਯਾਦ ਕਰਾ ਦੇਣੀਆਂ ਚਾਹੀਦੀਆਂ, ਮੁੜ ਕੇ ਸਾਰੀ ਉਮਰ ਨਹੀਂ ਹੁੰਦੀਆਂ। ਫਿਰ ਬੰਦਾ ਰਹਿ ਜਾਂਦਾ, ਕਹਿੰਦਾ ਕੀ ਕਰਾਂ, ਦਿਮਾਗ ਕੰਮ ਨਹੀਂ ਕਰਦਾ। ਇਹ ਮਾਤਾ ਪਿਤਾ ਦਾ ਮੁੱਢਲਾ ਫਰਜ਼ ਬਣਦਾ। ਹਰ ਨਗਰ ਵਿੱਚ, ਹਰ ਪਿੰਡ ਵਿੱਚ, ਕਈਆਂ ਪਿੰਡਾਂ 'ਚ ਤਾਂ 2-2 4-4 ਵੀ ਗੁਰਦੁਆਰੇ ਨੇ। ਉੱਥੇ ਗ੍ਰੰਥੀ ਸਿੰਘ, ਕੀਰਤਨੀਏ ਸਿੰਘ ਕੀਰਤਨ ਸਿਖਾਵਣ ਔਰ ਬੱਚਿਆਂ ਨੂੰ ਗੁਰਬਾਣੀ ਦੀ ਸੰਥਿਆ ਕਰਾਈ। ਸਾਡੇ ਵਿਦਿਆਲੇ ਨੇ, ਟਕਸਾਲਾਂ ਨੇ ਜਿਹੜੀਆਂ ਸਨਮਾਨਿਤ ਹਨ, ਉਹਨਾਂ ਕੋਲੋਂ ਬਾਣੀ ਦੀ ਸੰਥਿਆ ਕੀਤੀ ਜਾ ਸਕਦੀ। ਇਹ ਤਾਂ ਪਹਿਲਾਂ ਹੀ ਹੋ ਜਾਣਾ ਚਾਹੀਦਾ ਹੈ। ਸਕੂਲ ਭਾਵੇਂ ਸਾਲ ਲੇਟ ਪਾ ਲਓ, ਪਰ ਇਹ ਸਾਨੂੰ ਆ ਜਾਣਾ ਚਾਹੀਦਾ। ਤੁਸੀਂ ਦੇਖੋਗੇ ਕੋਈ ਮੁਸਲਿਮ ਬੱਚਾ ਹੈ 8, 9, 10 ਸਾਲ ਦਾ, ਤੇ ਕੁਰਾਨ ਹਿਫਜ਼ ਹੈ, ਉਹਦੇ ਕੁਰਾਨ ਯਾਦ ਹੈ ਸਾਰਾ। ਤੇ ਸਾਡੇ ਵੇਖੋ 80-80 ਸਾਲ ਦੇ ਨੇ, ਜਪਜੀ ਸਾਹਿਬ ਯਾਦ ਨਹੀਂ ਹੈਗਾ। ਇਹਦਾ ਮਤਲਬ ਸਿੱਖੀ ਦੀ ਸਮਝ ਨਹੀਂ ਆਈ। ਸਿੱਖੀ ਸਰੀਰ ਤੇ ਤਾਂ ਹੀ ਰਹੇਗੀ ਜੇ ਹਿਰਦੇ ਵਿੱਚ ਬਾਣੀ ਰਹੇਗੀ। ਜੇ ਹਿਰਦੇ 'ਚ ਬਾਣੀ ਨਾ ਹੋਈ, ਬਾਣਾ ਕਿੱਥੋਂ ਹੋਵੇਗਾ? ਕਈਆਂ ਨੂੰ ਤਾਂ ਇਹ ਵੀ ਨਹੀਂ ਪਤਾ ਵੀ 5 ਬਾਣੀਆਂ ਹੁੰਦੀਆਂ ਕੀ ਨੇ। ਅਮਰੀਕਾ ਦੀ ਗੱਲ ਹੈ, ਮੈਨੂੰ ਇੱਕ ਨੌਜਵਾਨ ਮਿਲਿਆ, ਮੈਂ ਪੁੱਛ ਲਿਆ, ਮੇਰੇ ਵਾਸਤੇ ਕੋਈ ਫਰੂਟ ਵਗੈਰਾ ਲੈ ਕੇ ਆਇਆ। ਸ਼ਾਇਦ ਚੇਰੀ ਪੱਕੀ ਹੋਈ ਸੀ ਉਹਨਾਂ ਦਿਨਾਂ 'ਚ, ਬੜੇ ਸੋਹਣੇ ਮੋਟੇ-ਮੋਟੇ ਦਾਣੇ ਚੇਰੀ ਦੇ ਲਿਆ ਕਿ ਭਾਈ ਸਾਹਿਬ ਕਥਾ ਬੜੀ ਚੰਗੀ ਲੱਗੀ ਹੈ, ਛਕੋ। ਤੇ ਮੈਂ ਉਹਨੂੰ ਪੁੱਛ ਲਿਆ, ਮੈਂ ਕਿਹਾ ਵੀ ਗੁਰਮੁਖਾ ਨਿਤਨੇਮ ਕਰਦਾ ਉਹਨਾਂ? ਕਹਿੰਦਾ ਹਾਂਜੀ ਰੋਜ਼ ਕਰਦਾ। ਮੈਂ ਕਿਹਾ ਅੱਛਾ ਕਿੰਨੀਆਂ ਬਾਣੀਆਂ ਦਾ? ਕਹਿੰਦਾ ਜੀ 5 ਬਾਣੀਆਂ ਦਾ। ਪਰ ਮੈਨੂੰ ਥੋੜ੍ਹਾ ਡਾਊਟ ਜਿਹਾ ਲੱਗਿਆ, ਮੈਂ ਹੋਰ ਕਲੀਅਰ ਹੋਣਾ ਚਾਹੁੰਦਾ ਸੀ ਖੁਦ। ਤੇ ਮੈਂ ਉਸ ਨੂੰ ਪੁੱਛਿਆ, ਮੈਂ ਕਿ ਕਿੰਨਾ ਟਾਈਮ ਲੱਗ ਜਾਂਦਾ 5 ਬਾਣੀਆਂ ਪੜ੍ਹਦਿਆਂ? ਕਹਿੰਦਾ ਜੀ ਬਸ 1-2 ਮਿੰਟ ਲੱਗਦੇ। ਮੈਂ ਕਿਹਾ ਵੀ ਉਹ ਕਿਹੜੀਆਂ 5 ਬਾਣੀਆਂ ਨੇ ਜਿਹੜੇ 1-2 ਮਿੰਟ ਲੱਗਦੇ? ਉਹ ਮੈਨੂੰ ਬਾਅਦ 'ਚ ਪਤਾ ਚੱਲਿਆ ਵੀ 5 ਪੌੜੀਆਂ ਪੜ੍ਹਦਾ। ਉਹ 5 ਪੌੜੀਆਂ ਨੂੰ ਹੀ 5 ਬਾਣੀਆਂ ਸਮਝ। ਤੇ ਹੁਣ ਜੇ ਇਤਨਾ ਵੀ ਪਤਾ ਨਾ ਹੋਵੇ ਕਿ 5 ਪੌੜੀਆਂ ਨੇ ਜਪਜੀ ਸਾਹਿਬ ਦੀਆਂ ਕਿ 5 ਬਾਣੀਆਂ, ਅਸੀਂ ਇਸ ਗੱਲੋਂ ਬੜੇ ਅਵੇਸਲੇ ਹਾਂ। ਅਸੀਂ ਮਨੁੱਖਤਾ ਦੀ ਸੇਵਾ ਵੀ ਕਰ ਲੈਂਦੇ ਹਾਂ, ਦਸਵੰਧ ਵੀ ਕਈ ਕੱਢ ਲੈਂਦੇ, ਸਾਰੇ ਤਾਂ ਨਹੀਂ ਕੱਢਦੇ, ਪਰ ਬਾਣੀ ਦੇ ਮਾਮਲੇ ਵਿੱਚ ਬੜੇ ਆਲਸੀ ਹਾਂ। ਬੱਚਿਆਂ ਨੂੰ ਸਿਖਾਇਆ ਹੀ ਨਹੀਂ। ਜੇ ਸਾਧ ਸੰਗਤ ਆਪ ਚਾਹੁੰਦੇ ਹੋ ਬੱਚਿਆਂ ਦੀ ਜ਼ਿੰਦਗੀ 'ਚ ਸੁੱਖ ਹੋਵੇ, ਫਿਰ ਉਹਨਾਂ ਨੂੰ ਬਚਪਨ ਵਿੱਚ ਹੀ ਵਾਹਿਗੁਰੂ ਮੰਤਰ ਦੇ ਨਾਮ ਨਾਲ ਜੋੜ ਦਿਓ, ਸਿਮਰਨ ਨਾਲ ਜੋੜ ਦਿਓ। ਉਹਨੂੰ ਗੁਰੂ ਬਖਸ਼ੀਆਂ ਨਿਤਨੇਮ ਦੀਆਂ ਬਾਣੀਆਂ ਕੰਠਸਥ ਕਰਵਾਓ। ਸਾਰੀ ਜ਼ਿੰਦਗੀ ਵਿੱਚ ਉਹਦੀ ਚੜ੍ਹਦੀ ਤੋਂ ਚੜ੍ਹਦੀ ਕਲਾ ਹੁੰਦੀ ਜਾਏਗੀ। ਉਹਦੇ ਜੀਵਨ ਵਿੱਚ ਦੁੱਖ ਦਾ ਸਮਾਂ ਨਹੀਂ ਆਵੇਗਾ। ਸਭ ਸੁਖਾਲੀ ਉੱਠੀਆਂ ਐਸੀ ਅਵਸਥਾ ਬਣ ਜਾਏਗੀ। ਅਸੀਂ ਚਾਹੁੰਦੇ ਹਾਂ ਵੀ ਸ਼ਾਇਦ ਦੁਨਿਆਵੀ ਵਿੱਦਿਆ ਨਾਲ ਸੁੱਖ ਬਣਦਾ। ਬੜੇ ਪੜ੍ਹੇ ਲਿਖੇ ਗਲਤ ਕੰਮ ਕਰਕੇ ਜੇਲ੍ਹਾਂ 'ਚ ਬੈਠੇ ਹੋਏ,
ਬੜੇ ਪੜ੍ਹੇ ਲਿਖੇ ਦੁਰਾਚਾਰੀ ਸ਼ਰਾਬਾਂ ਪੀਣ ਵਾਲੇ ਔਰ ਤਮਾਕੂ ਪੀਣ ਵਾਲੇ ਤੁਹਾਨੂੰ ਮਿਲ ਜਾਣ। ਕਾਰਨ ਕੀ ਹੈ? ਨਾਮ ਨਾਲ, ਬਾਣੀ ਨਾਲ ਹਿਰਦਾ ਨਹੀਂ ਜੁੜਿਆ। ਇਸ ਕਰਕੇ ਮਨੁੱਖ ਦੁੱਖ ਦਾ ਸਾਹਮਣਾ ਕਰਦਾ ਹੈ। ਉਹ ਕਹਿੰਦਾ ਵੀ ਹਿਰਦਾ ਵੀ ਸ਼ੁੱਧ ਹੋਵੇ। ਹਮ ਸਮ ਧਨ ਹੋਏ, ਉੱਚੋ ਬੰਸ ਸ਼ੁੱਧ ਹੋਏ। ਹਿਰਦਾ ਵੀ ਸ਼ੁੱਧ ਹੋਵੇ ਸਾਡੇ ਵਰਗਾ। ਉਹ ਆਪਣੇ ਹਿਰਦੇ ਨੂੰ ਬੜਾ ਸ਼ੁੱਧ ਸਮਝਦਾ। ਹੋ ਸਕਦਾ ਕੁਝ ਗਾਇਤਰੀ ਮੰਤਰ ਵਗੈਰਾ ਉਹਨੇ ਯਾਦ ਵੀ ਕੀਤੇ ਹੋਵਣ। ਸੁੰਦਰ ਸਰੂਪ ਹੋਏ ਬਾਰ ਦੇਖ ਲੀਜੀਏ। ਤੇ ਚੰਗਾ ਸਭ ਤੋਂ ਸੋਹਣਾ ਸੰਸਾਰ ਵਿੱਚ ਜੋ ਹੋਵੇ ਉਹ ਸਾਡੀ ਬੱਚੀ ਸਦਾ ਕੌਰ ਲਈ ਵਰ ਲੱਭਣਾ। ਉਸ ਵਰਗਾ ਸੋਹਣਾ ਹੋਰ ਨਾ ਕੋਈ ਹੋ। ਭਾਵ ਸੁੰਦਰਤਾ ਦੀ ਸਿਖਰ ਹੋਵੇ। ਦੇਸਨ ਬਦੇਸ ਬਿਖੈ ਵਿਚਰੋ ਵਿਸ਼ੇਸ਼ ਕਰ। ਅੱਖਣ ਲੱਗਾ ਭਾਵੇਂ ਸਾਲ ਲੱਗ ਜਾਏ, 2 ਸਾਲ ਲੱਗ ਜਾਣ, ਸਾਰੇ ਦੇਸ਼ਾਂ ਪ੍ਰਦੇਸ਼ਾਂ ਵਿੱਚ ਭਾਲ ਕਰੋ। ਜਿਹੋ ਜਿਹਾ ਮੈਂ ਕਿਹਾ ਇਹੋ ਜਿਹਾ ਰਿਸ਼ਤਾ ਲੱਭ ਕੇ ਲਿਆਓ। ਫੇਰ ਹੋ ਆਸੇਸ ਜੇ ਨਾ ਰੇਸ ਬੇਸ ਕੀਜੀਏ। ਔਰ ਇਸ ਤਰ੍ਹਾਂ ਦੇ ਨਾਲ ਚੰਗੀ ਤਰ੍ਹਾਂ ਦੇਖ ਲਵੋ ਬਈ ਐਸਾ ਨਾ ਹੋਵੇ ਰਾਜਸੀ ਕੱਪੜੇ ਹੀ ਪਾਏ ਹੋਵਣ ਤੇ ਰਾਜਾ ਹੋਵੇ ਹੀ ਨਾ। ਕਾਹੂ ਕਾਮਦਾਰ ਹੋਏ ਵੱਡੋ ਵਿਵਹਾਰ ਹੋਏ। ਫਿਰ ਕੋਈ ਕੰਮਕਾਰ ਵੱਡਾ ਵਪਾਰੀ ਵੀ ਹੋਵੇ ਤੇ ਉਹ ਵੀ ਚੱਲੇ, ਪਰ ਹੋਵੇ ਸਾਡੇ ਬਰਾਬਰ ਦਾ, ਹੋਵੇ ਉੱਚੀ ਕੁਲ ਦਾ, ਹੋਵੇ ਖਾਨਦਾਨੀ, ਹੋਵੇ ਸੁੰਦਰ। ਜਾਹਰ ਉਦਾਰ ਹੋਏ ਮਿਲ ਕੇ ਜਾਨੀ ਜੀਏ। ਔਰ ਇਸ ਤਰ੍ਹਾਂ ਦੇ ਨਾਲ ਉਦਾਰ ਮਨ ਵਾਲਾ ਵੀ ਹੋਵੇ, ਚੰਗੀ ਤਰ੍ਹਾਂ ਮਿਲ ਕੇ ਉਹਦੇ ਕੋਲ ਰਹਿ ਕੇ ਦੇਖ ਪਰਖ ਕੇ ਰਿਸ਼ਤਾ ਕਰਨਾ। ਐਸੇ ਪੈ ਪਤੀ ਜੀਏ ਨਾ ਸੰਸੈ ਕੋ ਰੱਖੀ ਜੀਏ। ਬਿਨਾਂ ਕਾਰਨ ਨਾ ਉਸ ਤੇ ਪ੍ਰਸੰਨ ਹੋ ਜਾਣਾ। ਸ਼ੱਕ ਦੀ ਨਜ਼ਰ ਨਾਲ ਹਰ ਗੱਲ ਦੇਖਣਾ। ਭਾਵ ਹਰ ਗੱਲ ਦੇ ਹਰ ਪਹਿਲੂ ਨੂੰ ਗਹਿਰਾਈ ਨਾਲ ਦੇਖਣਾ। ਕੋਈ ਮਾੜੀ ਗੱਲ ਨਹੀਂ ਕਹਿ ਰਿਹਾ, ਇਹ ਦੇਖਣਾ ਵੀ ਚਾਹੀਦਾ। ਜਿਹੜੇ ਬੱਚੀ ਦਾ ਰਿਸ਼ਤਾ ਬਸ ਕਿਸੇ ਦੀ ਇੱਕ ਗੱਲ ਕਹਿਣ ਤੇ ਹੀ ਕਰ ਦਿੰਦੇ ਨੇ, ਮੁੜ ਕੇ ਪਛਤਾਉਂਦੇ ਨੇ ਵੀ ਕੀ ਕਰ ਬੈਠੇ। ਇਹ ਨਹੀਂ ਸੀ ਕਰਨਾ। ਇਸ ਲਈ ਹਾਲੇ ਬੱਚੇ ਦਾ ਰਿਸ਼ਤਾ ਕਰਨ ਲੱਗਿਆਂ ਵੀ ਸੋਚਣ ਦੀ ਲੋੜ ਹੈ ਵੀ ਚੰਗਾ ਖਾਨਦਾਨ ਪਰਿਵਾਰ ਹੋਵੇ। ਪਰ ਬੱਚੀ ਦਾ ਰਿਸ਼ਤਾ ਕਰਨ ਲੱਗਿਆਂ ਤੇ 10 ਗੁਣਾ ਵੱਧ ਸੋਚਣਾ ਚਾਹੀਦਾ। ਕਿਉਂਕਿ ਜੇ ਧੀਆਂ ਦੁਖੀ ਹੋ ਗਈਆਂ ਫਿਰ ਮਾਂ ਪਿਓ ਨੂੰ ਸੁੱਖ ਕਿੱਥੇ ਮਿਲੇਗਾ। ਮੈਂ ਅਰਜ਼ ਕਰਨਾ ਚਾਹੁੰਦਾ ਹਾਂ, ਮੈਂ ਲਾਜ ਪਿਖੂ ਜਾਏ ਸੋਨਾ ਤੋ ਤਾਹਾ ਦੀਜੀਏ। ਔਰ ਇਸ ਤਰ੍ਹਾਂ ਨੇ ਲਾਜ ਕੋ ਪਿੱਖੀ ਜੀਏ, ਉਹਦਾ ਸਨਮਾਨ ਵੀ ਹੋਵੇ। ਮੇਰੀ ਲਾਜ ਵੀ ਦੇਖੋ, ਮੇਰੀ ਪੱਤ ਵੀ, ਮੇਰੀ ਇੱਜ਼ਤ ਵੀ ਦੇਖੋ, ਮੇਰੀ ਇੱਜ਼ਤ ਨਾ ਘਟੇ। ਇਸ ਤਰ੍ਹਾਂ ਦਾ ਨਾਤਾ ਦੇਖਣਾ ਹੈ। ਕਪਿਤ ਚੰਦੂ ਕੇ ਬਚਨ ਸੋਨਾ ਵਿਪਰ ਨੇ ਸੁਮਾਨ ਮਨ। ਇਸ ਤਰ੍ਹਾਂ ਜਦੋਂ ਚੰਦੂ ਦੀ ਇਹ ਵਿਚਾਰ ਸੁਣੀ ਵੀ ਇਸ ਤਰ੍ਹਾਂ ਦਾ ਰਿਸ਼ਤਾ ਚਾਹੀਦਾ, ਇਸ ਤਰ੍ਹਾਂ ਦਾ ਖਾਨਦਾਨ ਤੇ ਇਸ ਤਰ੍ਹਾਂ ਦਾ ਦੂਲਹਾ ਚਾਹੀਦਾ ਹੈ। ਭਨਿਓ ਤੇਰੀ ਭਾਗਤਨ ਤੈਸੀ ਤੂੰ ਵਜਾਤ ਕੀ। ਬ੍ਰਾਹਮਣ ਉਹ ਲੱਗ ਜਾਏ ਕਹਿਣ ਲੱਗਾ ਵੀ ਤੇਰੇ ਤਾਂ ਵੱਡੇ ਭਾਗ ਨੇ, ਤੇਰੀ ਬੱਚੀ ਦੇ ਵੀ ਵੱਡੇ ਭਾਗ ਨੇ ਜੋ ਇੰਨੇ ਵੱਡੇ ਘਰਾਣੇ ਵਿੱਚ ਇਹਦਾ ਜਨਮ ਹੋਇਆ ਹੈ। ਫਿਰੈ ਦੇਸ ਦੇਸ ਮੈਂ ਵੀ ਲੋਕਾਂਗੇ ਆਸੇਸ ਹਮ। ਆਖਣ ਲੱਗੇ ਅਸੀਂ ਦੇਸ਼ਾਂ ਵਿਦੇਸ਼ਾਂ ਵਿੱਚ ਪੂਰੀ ਖੋਜ ਕਰਾਂਗੇ ਚੰਗੀ ਤਰ੍ਹਾਂ ਦੇ ਨਾਲ। ਉਤਮਤਾ ਖੋਜਾਂਗੇ ਸਮਾਨ ਤੁਬ ਜਾਤ ਕੀ। ਔਰ ਤੁਹਾਡੀ ਜਿਸ ਤਰ੍ਹਾਂ ਦੀ ਬੱਚੀ ਖੂਬਸੂਰਤ ਹੈ, ਤੁਹਾਡਾ ਖਾਨਦਾਨ ਹੈ, ਤੁਹਾਡਾ ਸਨਮਾਨ ਹੈ, ਇਸ ਤਰ੍ਹਾਂ ਹੀ ਅੱਗੋਂ ਅਗਲਾ ਘਰ ਵੀ ਵਰ ਪੱਖ ਵਾਲਾ ਦੇਖਾਂਗੇ। ਮੇਰੋ ਜਜਮਾਨ ਤਨ ਲੈ ਹੋ ਸਨ ਬੰਦ ਬਨ। ਤੁਸੀਂ ਤਾਂ ਸਾਡੇ ਜਜ਼ਮਾਨ ਹੋ। ਜਦੋਂ ਰਿਸ਼ਤਾ ਵਧੀਆ ਲਿਆਵਾਂਗੇ ਤੇ ਸਾਨੂੰ ਵੀ ਧਨ ਮਿਲੇਗਾ, ਸਾਨੂੰ ਵੀ ਮਾਣ ਸਨਮਾਨ ਮਿਲੇਗਾ ਦੋਹਾਂ ਹੀ ਘਰਾਂ ਤੋਂ। ਜਿੱਥੇ ਤੇਰਾ ਰਿਸ਼ਤਾ ਕਰਾਂਗੇ ਉੱਥੋਂ ਵੀ ਧਨ ਮਿਲੇਗਾ, ਤੇ ਜੇ ਵਧੀਆ ਘਰ ਕਰਾਂਗੇ ਤੇਰੇ ਕੋਲੋਂ ਵੀ ਸਾਨੂੰ ਧਨ ਮਿਲੇਗਾ। ਇਸ ਤਰ੍ਹਾਂ ਮਨ ਵਿੱਚ ਲਾਲਚ ਵੀ ਹੈ ਇਹਨਾਂ ਦੇ। ਹੋਏ ਜਾ ਸਬਰਿੰਦੀ ਗੰਧ ਜਥਾ ਜਲ ਜਾਤ ਕੀ। ਇਸ ਤਰ੍ਹਾਂ ਦਾ ਪਰਿਵਾਰ ਲੱਭਾਂਗੇ ਜਿਹਦੀ ਮਹਿਮਾ ਦੀ ਸੁਗੰਧੀ ਕਮਲ ਫੁੱਲ ਵਰਗੀ ਹੋਵੇ। ਕੀਜਾ ਵਿਦਾ ਮੋਹੇ ਤੋਹੇ ਕਾਜ ਸੁਭ ਹੋਏ। ਆਖਣ ਲੱਗਾ ਹੁਣ ਸਾਨੂੰ ਵਿਦਾ ਕਰੋ, ਰਸਤੇ ਦਾ ਖਰਚ ਵਗੈਰਾ ਦੇਵੋ ਤੇ ਰਥ ਆਦਿਕ ਦੇਵੋ,
ਤੇ ਤੁਹਾਡਾ ਕੰਮ ਸਫਲ ਕਰਕੇ ਆਈਏ, ਰਿਸ਼ਤਾ ਲੱਭ ਕੇ ਆਈਏ। ਜੋ ਹੈ ਸਗਨ ਅਨੂਠੇ ਅਬ ਸਮੈ ਜਲ ਜਾਤ ਕੀ। ਹੁਣ ਬੜੇ ਸੋਹਣੇ ਸਗਨ ਦਾ ਵੇਲਾ ਹੈ, ਹੁਣ ਸਾਨੂੰ ਚੱਲਣਾ ਚਾਹੀਦਾ। ਰਸਤੇ ਦਾ ਖਰਚ ਦੇਵੋ, ਨਾਲੇ ਘਬਰਾਉਣਾ ਨਹੀਂ ਸਾਹ ਜੀ, ਅਸੀਂ ਕੋਈ ਮਾੜੇ ਮੋਟੇ ਵਿਚੋਲੇ ਨਹੀਂ। ਸਾਧ ਸੰਗਤ ਬਹੁਤੇ ਵਿਚੋਲੇ ਤੇ ਵਿੱਚ ਓਲੇ ਹੀ ਰੱਖ ਲੈਂਦੇ ਨੇ, ਸਹੀ ਗੱਲ ਦੱਸਦੇ ਹੀ ਕੋਈ ਨਹੀਂ, ਵਰਗਲਾ ਹੀ ਲੈਂਦੇ। ਉਹ ਫਿਰ ਸਾਰੀ ਜ਼ਿੰਦਗੀ ਮੂੰਹ ਦਿਖਾਉਣ ਜੋਗੇ ਨਹੀਂ ਰਹਿੰਦੇ। 100 ਗਾਲਾਂ ਵਿਚੋਲਿਆਂ ਨੂੰ ਰੋਜ਼ ਪੈਂਦੀਆਂ। ਇਸ ਲਈ ਜੇ ਕਿਧਰੇ ਅਜਿਹੀ ਜ਼ਿੰਮੇਵਾਰੀ ਪਰਿਵਾਰ ਦੀ ਕੋਈ ਮਿਲੇ, ਕਿਸੇ ਦੀ ਬੱਚੀ ਦਾ ਵਿਚੋਲਾ ਬਣਨ ਦੀ, ਤੇ ਵਿੱਚ ਓਲਾ ਨਾ ਰੱਖੇ, ਸਾਰੀ ਗੱਲ ਖੋਲ ਦੇਵੇ ਵੀ ਇਹ ਗੱਲ ਹੈਗੀ ਹੈ, ਮਰਜ਼ੀ ਹੈ ਕਰੋ, ਮਰਜ਼ੀ ਹੈ ਨਾ ਕਰੋ। ਪੜਦੇ ਪਾ ਕੇ ਕੀਤੇ ਹੋਏ ਰਿਸ਼ਤੇ ਮਨੁੱਖ ਨੂੰ ਹਰ ਥਾਂ ਬੇਪੜਦ ਕਰ ਦਿੰਦੇ। ਤੁਸੀਂ ਦੇਖ ਲਓ, ਆਏ ਦਿਨ ਸੁਣਦੇ ਆ ਬੱਚੀਆਂ ਨੂੰ ਤੰਦੂਰਾਂ 'ਚ ਪਾ ਕੇ ਸਾੜਿਆ ਜਾਂਦਾ, ਦਾਜ ਦੀ ਮੰਗ ਕੀਤੀ ਜਾਂਦੀ, ਕੁੱਟਿਆ ਮਾਰਿਆ ਜਾਂਦਾ, ਤੇ ਕਈਆਂ ਦੇ ਘਰਾਂ ਵਿੱਚ ਪੱਖਿਆਂ ਨਾਲ ਲਟਕੀਆਂ ਹੋਈਆਂ ਮਿਲਦੀਆਂ। ਇਸ ਤਰ੍ਹਾਂ ਦਾ ਜ਼ਿੰਮੇਵਾਰੀ ਨਾ ਨਿਭਾਈ ਜਾਏ ਕਿ ਵਿੱਚ ਓਲਾ ਰੱਖ ਲਿਆ ਜਾਏ। ਇਹ ਕਹਿੰਦਾ ਅਸੀਂ ਚੰਗੀ ਤਰ੍ਹਾਂ ਲੱਭਾਂਗੇ, ਖੋਜਾਂਗੇ, ਤੇ ਦੋਹਾਂ ਪਾਸਿਆਂ ਤੋਂ ਧਨ ਲਵਾਂਗੇ, ਅੰਗੂਠੀਆਂ ਮਿਲਣਗੀਆਂ। ਕਬਿਤ ਨਾਉ ਕੀਨਨ ਸਾਥ ਨਿਤ ਸੇਵਾ ਕਰ ਹਾਥ ਨਿਜ। ਉਹਨੇ 2 ਨਾਈ ਵੀ ਨਾਲ ਦੇ ਦਿੱਤੇ। ਜਿਹੜੇ ਬ੍ਰਾਹਮਣ ਗਏ ਸਨ ਨਾ ਰਿਸ਼ਤਾ ਲੱਭਣ, 2 ਨਾਈ ਦੇ ਦਿੱਤੇ ਬਈ ਇਹ ਤੁਹਾਡੀ ਮਾਲਿਸ਼ ਕਰਨਗੇ, ਥੱਕ ਜਾਓਗੇ, ਤੁਹਾਡੀ ਸੇਵਾ ਕਰਨਗੇ, ਮੁੱਠੀ ਚਾਪੀ ਕਰਨਗੇ, ਕੱਪੜੇ ਧੋ ਕੇ ਦੇਣਗੇ, ਹੋਰ ਹੋ ਸਕਦਾ 1-2 ਰਸੋਈਏ ਵੀ ਨਾਲ ਦਿੱਤੇ ਹੋਣ ਵੀ ਜਿੱਥੇ ਜਾਓਗੇ ਉੱਥੇ ਭੋਜਨ ਵੀ ਬਣਾਉਣਗੇ, ਔਰ ਨਾਲ 2-4 ਆਪਣੇ ਸੈਨਿਕ ਵੀ ਦਿੱਤੇ ਹੋਣ, ਤਾਂ ਕਿ ਵੱਡ ਤੇ ਫਿਰ ਤਾਂ ਹੀ ਬਣਦਾ। ਵੱਡਾ ਰਿਸ਼ਤਾ ਲੱਭਣ ਜਾਣਾ ਹੈ ਤਾਂ ਫਿਰ ਇਸ ਤਰ੍ਹਾਂ ਰੱਥ ਵਗੈਰਾ, ਘੋੜੇ ਵਗੈਰਾ ਨਾਲ ਦਿੱਤੇ ਹੋਣਗੇ, ਗੱਡੇ ਤੇ ਹੋਰ ਮੰਜੇ ਵਗੈਰਾ, ਸ਼ਾਮਿਆਨੇ ਵਗੈਰਾ ਵੀ ਲੱਦ ਦਿੱਤੇ ਹੋਣਗੇ ਵੀ ਜਿੱਥੇ ਜਾਓ ਟੌਰ ਨਾਲ ਆਪਣਾ ਰਹੋ, ਰਾਜਿਆਂ ਵਰਗੀ ਰਿਹਾਇਸ਼ ਬਣੇ। ਔਰ ਦਾਸ ਕਰ ਸੰਗ ਅਧਿਕ ਸਮਾਜ ਤੇ। ਔਰ ਹੋਰ ਵੀ ਨਾਲ ਦਾਸ ਜਿਹੜੇ ਸਨ ਉਹ ਦਿੱਤੇ, ਨੌਕਰ ਚਾਕਰ ਦਿੱਤੇ, ਤੇ ਅਧਿਕ ਸਾਜੋ ਸਮਾਨ ਵੀ ਨਾਲ ਦਿੱਤਾ ਰਸਤੇ ਦੇ ਖਰਚ ਵਜੋਂ। ਨਗਰ ਨਗਰ ਪ੍ਰਤ ਖੋਜਤ ਫਿਰਤ ਬਰ। ਇਹ ਕਈ ਸ਼ਹਿਰਾਂ ਵਿੱਚ ਗਏ, ਲੱਭਦੇ ਫਿਰਦੇ ਹਨ ਬਈ ਉਸ ਤਰ੍ਹਾਂ ਦਾ ਕੋਈ ਰਿਸ਼ਤਾ ਲੱਭੇ। ਰਹਿਣ ਕੋ ਬਸੇਰਾ ਕਰ ਹੇਰਾ ਸਭ ਸਾਜ ਤੇ। ਕਈ ਰਾਤਾਂ ਇੱਕ ਸ਼ਹਿਰ ਵਿੱਚ ਰਹਿੰਦੇ ਨੇ, ਖਾਨਦਾਨ ਲੱਭਦੇ ਨੇ, ਪਰਿਵਾਰ ਲੱਭਦੇ ਨੇ, ਵਪਾਰ ਲੱਭਦੇ ਨੇ, ਰਾਜ ਘਰਾਣਿਆਂ ਵਿੱਚ ਵੀ ਜਾਂਦੇ ਹਨ। ਜਹਾਂ ਆਛੀ ਕੁਲ ਤਹਾਂ ਧਨ ਮੈਂ ਨਾ ਤੁਲ ਹੋਤ। ਜੋ ਚੀਜ਼ਾਂ ਦੀਵਾਨ ਚੰਦੂ ਨੇ ਕਈਆਂ ਮਿਲਦੀਆਂ ਨੇ, ਜਿੱਥੇ ਚੰਗੀ ਕੁਲ ਮਿਲਦੀ ਹੈ ਉੱਥੇ ਧਨ ਵਿੱਚ ਬਰਾਬਰੀ ਨਹੀਂ ਮਿਲਦੀ, ਜਿੱਥੇ ਧਨ ਵਿੱਚ ਬਰਾਬਰੀ ਮਿਲਦੀ ਹੈ ਉੱਥੇ ਕੁਲ ਨਹੀਂ ਚੰਗੀ ਮਿਲਦੀ, ਜਿੱਥੇ ਦੋਵੇਂ ਚੀਜ਼ਾਂ ਮਿਲ ਜਾਂਦੀਆਂ ਨੇ ਵਰ ਸੋਹਣਾ ਨਹੀਂ ਮਿਲਦਾ। ਇਸ ਤਰ੍ਹਾਂ ਕੋਈ ਨਾ ਕੋਈ ਕਮੀ ਰਹਿ ਹੀ ਜਾਂਦੀ ਹੈ। ਜਹਾਂ ਧਨ ਤੁਲ ਤਹਾਂ ਕੁਲ ਨਹੀਂ ਰਾਜ ਤੇ। ਜਿੱਥੇ ਧਨ ਮਿਲ ਜਾਏ ਉੱਥੇ ਉੱਚੀ ਕੁਲ ਨਹੀਂ ਮਿਲਦੀ ਹੈ। ਜਹਾਂ ਧਨ ਕੁਲ ਮੈਂ ਸੋ ਤਲਯੁਤਾ ਮਿਲਤ ਆਏ। ਜਿੱਥੇ ਕਿਤੇ ਧਨ ਕੁਲ ਵਿੱਚ ਤੁਲਿਅਤਾ ਬਰਾਬਰੀ ਮਿਲ ਜਾਂਦੀ ਹੈ। ਬਾਲਕ ਬਹੀਨ ਰੂਪ ਹੇਰਤ ਤੇ ਕਾਜ ਤੇ। ਉੱਥੇ ਬੱਚਾ ਟਿੰਡਾ ਭੈਂਗਾ ਮਿਲ ਜਾਂਦਾ, ਕੋਈ ਹੋਰ ਸਰੀਰਕ ਫਿਜ਼ੀਕਲ ਨੁਕਸ ਮਿਲ ਜਾਂਦਾ। ਇਹ ਵਿਚਾਰੇ ਬੜੇ ਉਦਾਸ ਨਿਰਾਸ਼ ਵੀ ਹਨ ਬਈ ਰਿਸ਼ਤਾ ਜਿਹੋ ਜਿਹਾ ਕਿਹਾ ਸੀ ਉਹ ਜਿਹਾ ਮਿਲ ਨਹੀਂ ਰਿਹਾ। ਹਾਂਜੀ। ਕਬਿਤ ਪੁਰ ਹੇਰਤ ਫਿਰਤ ਨਰ ਪੂਛ ਲੇਤ। ਕਈ ਨਗਰਾਂ ਵਿੱਚ ਫਿਰਦੇ ਨੇ ਤੇ ਉੱਥੇ ਜਾ ਕੇ ਲੋਕਾਂ ਨੂੰ ਪੁੱਛਦੇ ਨੇ ਵੀ ਕੋਈ ਇਸ ਤਰ੍ਹਾਂ ਉੱਚੀ ਕੁਲ ਦਾ ਰਿਸ਼ਤਾ ਹੋਵੇ, ਦੱਸੋ ਅਸੀਂ ਰਿਸ਼ਤਾ ਕਰਨ ਆਏ ਹਾਂ ਜੀ। ਛਤਰੀ ਹੈ ਤਨਾੜ ਸਮ ਸੁੰਦਰ ਸਪੂਤ ਹੋਏ। ਕੋਈ ਵੱਡਾ ਛਤਰੀ ਕੁਲ ਦਾ ਹੋਵੇ, ਧਨਾੜ ਹੋਵੇ, ਸੋਹਣੇ ਮਹਿਲ ਧਾਮ ਹੋਵਣ, ਉਹਦੇ ਘਰ ਵਿੱਚ ਸੁੰਦਰ ਸੁਪੁੱਤਰ ਹੋਵੇ। ਸਾਹ ਕੋ ਸਚਵ ਤਾਂ ਕੀ ਸੂਤਾ ਕੋ ਸੰਬੰਧ ਚਹ। ਬਾਦਸ਼ਾਹ ਜਹਾਂਗੀਰ ਦਾ ਸਚਿਵ ਹੈ, ਖਾਸ ਮੰਤਰੀ ਹੈ, ਦੀਵਾਨ ਹੈ,
ਉਹਦੀ ਬੱਚੀ ਦਾ ਰਿਸ਼ਤਾ ਲੱਭਣ ਆਏ ਹੋਏ ਹਾਂ। ਜਾਂ ਕੇ ਬੜੇ ਭਾਗ ਜਗ ਮਿਲਾ ਇਸ ਥਾਨ ਸੋਏ। ਇਹੋ ਜਿਹਾ ਰਿਸ਼ਤਾ ਤੇ ਭਾਈ ਵੱਡਿਆਂ ਭਾਗਾਂ ਵਾਲਿਆਂ ਨੂੰ ਹੀ ਮਿਲਦਾ, ਜਿਹੋ ਜਿਹਾ ਅਸੀਂ ਲੱਭਣ ਆਏ ਹਾਂ, ਲੈ ਕੇ ਆਏ ਹਾਂ। ਹੁਕਮ ਮਹਾਨ ਚਾਰੋਂ ਦਿਸ ਮੈਂ ਬਖਾਨ ਕਰੈ। ਔਰ ਇਸ ਤਰ੍ਹਾਂ ਦੇ ਨਾਲ ਉਹਦਾ ਚਾਰੋਂ ਪਾਸੇ ਮਹਾਨ ਹੁਕਮ ਚੱਲਦਾ ਹੈ। ਅਨਗਨ ਸੰਪਤਾ ਕੋ ਪ੍ਰਾਪਤ ਸਦਾਈ ਜੋਏ। ਔਰ ਇਸ ਤਰ੍ਹਾਂ ਬਹੁਤ ਅਣਗਿਣਤ ਸੰਪਤੀ ਦਾ ਮਾਲਕ ਹੈ, ਤੇ ਸਾਨੂੰ ਉਸ ਤਰ੍ਹਾਂ ਦਾ ਹੀ ਘਰ-ਬਾਰ ਪਰਿਵਾਰ ਰਿਸ਼ਤਾ ਚਾਹੀਦਾ ਹੈ। ਫੇਰ ਹਮ ਰਹਿ ਨਹੀਂ ਸੁਧ ਕਹੂੰ ਲੈ ਅਸ। ਅਸੀਂ ਬਹੁਤ ਫਿਰਦੇ ਪਏ ਹਾਂ, ਪਰ ਉਹ ਸਾਨੂੰ ਇਸ ਤਰ੍ਹਾਂ ਦੀ ਸੁੱਧ ਖਬਰ ਮਿਲਦੀ ਨਹੀਂ ਪਈ, ਜਿਹੋ ਜਿਹਾ ਰਿਸ਼ਤਾ ਦੀਵਾਨ ਚੰਦੂ ਲੈਣਾ ਚਾਹੁੰਦਾ ਹੈ। ਫਿਰੇ ਮਨ ਟਹੇ ਨਹੀਂ ਪਾਇਓ ਕਿਤ ਸਮ ਕੋਏ। ਅਸੀਂ ਮਨ ਢੱਠ ਗਿਆ ਸਾਡਾ, ਲੱਭ ਲੱਭ ਕੇ ਥੱਕ ਗਏ ਆ। ਜਿੰਨਾ ਖਰਚ ਰਸਤੇ ਦਾ ਹੋ ਜਾਂਦਾ ਉਹਨਾਂ ਪਿੱਛੋਂ ਹੋਰ ਭੇਜ ਦਿੰਦਾ, ਪਰ ਉਸ ਤਰ੍ਹਾਂ ਦਾ ਰਿਸ਼ਤਾ ਸਾਨੂੰ ਲੱਭਿਆ ਨਹੀਂ ਕੋਈ। ਹਾਂਜੀ। ਕਬਿਤ ਫਿਰੇ ਚਾਰ ਔਰ ਮੈਂ ਲਾਹੌਰ ਪੂਰ ਗਏ ਪੁੰਨ। ਚਾਰੇ ਪਾਸੇ ਨਗਰਾਂ ਸ਼ਹਿਰਾਂ ਵਿੱਚ ਫਿਰ ਕੇ ਫਿਰ ਲਾਹੌਰ ਆ ਪਹੁੰਚੇ। ਕਹਿਓ ਬਹੁ ਲੋਕਨ ਮੈਂ ਦਿਲ ਹੂੰ ਤੇ ਆਏ ਹੈ। ਔਰ ਇਸ ਤਰ੍ਹਾਂ ਬਹੁਤ ਲੋਕਾਂ ਵਿੱਚ ਉਹਨਾਂ ਨੇ ਕਿਹਾ ਜਾ ਕੇ ਵੀ ਅਸੀਂ ਦਿੱਲੀ ਤੋਂ ਆਏ ਹਾਂ। ਚੰਦੂ ਕੇ ਮਨਿੰਦ ਹਮ ਖੋਜਤ ਬਿਲੰਦ ਫਿਰੇ। ਦੀਵਾਨ ਚੰਦੂ ਵਰਗਾ ਵੱਡਾ ਘਰਾਨਾ ਸਾਨੂੰ ਚਾਹੀਦਾ ਹੈ। ਪ੍ਰਾਪਤ ਨਾ ਪਇਓ ਬਹੁ ਥਾਨ ਮੈਂ ਸੁਨਾਏ ਹੈ। ਔਰ ਇਸ ਤਰ੍ਹਾਂ ਦੇ ਨਾਲ ਸਾਨੂੰ ਪ੍ਰਾਪਤ ਨਹੀਂ ਹੋਇਆ, ਬੜੇ ਥਾਵਾਂ ਤੇ ਦੇਖ ਸੁਣ ਕੇ ਆਏ ਹਾਂ। ਉਤੇ ਕੁਛ ਸਿੱਖ ਤੇਨੋ ਗੁਰੂ ਕੀ ਸਿਫਤ ਕੀਨਾ। ਸੁਤੇ ਸਿੱਧ ਉੱਥੇ ਕੁਝ ਸਿੱਖ ਹੈਗੇ ਸਨ, ਉਹਨਾਂ ਕਿਹਾ ਜੇ ਇਹੋ ਜਿਹਾ ਰਿਸ਼ਤਾ ਚਾਹੀਦਾ ਤੇ ਫਿਰ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਘਰ ਮਿਲ ਸਕਦਾ। ਉੱਚੀ ਕੁੱਲ ਵੀ ਹੈ, ਸਨਮਾਨ ਵੀ ਬੜਾ ਜ਼ਿਆਦਾ, ਘਰਾਨਾ ਵੀ ਬੜਾ ਵੱਡਾ, ਧਨ ਦੀ ਵੀ ਕੋਈ ਕਮੀ ਨਹੀਂ। ਹਜ਼ਾਰਾਂ ਲੋਕ ਰੋਜ਼ ਉਹਨਾਂ ਦੇ ਘਰੋਂ ਭੋਜਨ ਕਰਦੇ ਨੇ। ਸਿੱਖ ਆਪਣੇ ਗੁਰੂ ਦੀ ਵਡਿਆਈ ਵੱਡੀ ਕਰਦੇ, ਤੇ ਕਰਨੀ ਵੀ ਚਾਹੀਦੀ। ਸਤਿਗੁਰ ਵੱਡਾ ਕਰ ਸਲਾਹੀ ਹੈ, ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਾਂ ਨਜ਼ਰੀ ਆਈ। ਭਾਵੇਂ ਗੁਰੂ ਸਾਹਿਬ ਦੀ ਵਡਿਆਈ ਕਿਤਨੀ ਕਰ ਲਓ, ਫਿਰ ਤੁਹਾਨੂੰ ਪਤਾ ਚੱਲੇਗਾ ਨਹੀਂ ਇਹ ਵਡਿਆਈ ਥੋੜ੍ਹੀ ਹੈ, ਗੁਰੂ ਵਿੱਚ ਤੇ ਵਡਿਆਈ ਹੋਰ ਜ਼ਿਆਦਾ। ਇਸ ਲਈ ਸਾਹਿਬ ਕਹਿੰਦੇ ਨੇ ਵੱਡੇ ਕੀਆਂ ਵਡਿਆਈਆਂ ਕਿਸ ਕਹਿਣ ਨਾ ਜਾਏ। ਉਹਨਾਂ ਸਿੱਖਾਂ ਨੇ ਸਤਿਗੁਰੂ ਜੀ ਦੇ ਘਰ ਦੀ ਦੱਸ ਪਾਈ, ਪਰ ਹੁਣ ਇਸ ਵੇਲੇ ਵਕਤ ਦਾ ਤਕਾਜ਼ਾ ਹੈ। ਬਾਕੀ ਵਿਚਾਰ ਕੱਲ੍ਹ ਆਪ ਜੀ ਦੇ ਨਜ਼ਰ ਕਰਨ ਦਾ ਨਿਮਾਣਾ ਜਿਹਾ ਯਤਨ ਕਰਾਂਗੇ। ਤੁਸੀਂ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦੇ ਬਚਨ ਮੰਨੇ ਹਨ, ਬੜੇ ਧਿਆਨਪੂਰਵਕ ਸਾਵਧਾਨ ਹੋ ਕੇ ਸਰਵਣ ਕੀਤਾ ਹੈ। ਤੁਹਾਡੀ ਇਕਾਗਰਤਾ ਸਦਕਾ ਮੈਨੂੰ ਵੀ ਨਹੀਂ ਪਤਾ ਚੱਲਿਆ ਵੀ ਟਾਈਮ ਹੋ ਗਿਆ। 2-4 ਮਿੰਟ ਬਾਕੀ ਹਨ। ਆਓ ਸਾਰੇ ਮਿਲ ਕੇ ਨਾਲੇ ਮਹਾਰਾਜ ਨੂੰ ਪ੍ਰਾਰਥਨਾ ਕਰੀਏ ਕਿ ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਧਾਰ। ਜਿਤ ਦੁਆਰ ਹੈ ਉਬਰੈ ਤਿਤੈ ਲਿਓ ਉਬਾਰ। ਤੇ ਨਾਲੇ 2-3 ਮਿੰਟ ਜੋ ਬਾਕੀ ਨੇ ਸਾਰੇ ਮਿਲ ਕੇ ਵਾਹਿਗੁਰੂ ਮੰਤਰ ਦਾ ਜਾਪ ਕਰੀਏ। ਵਾਹਿਗੁਰੂ ਸਾਰੇ ਜਪੋ ਜੀ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ।